ਪਾਰਟੀ ਦੇ ਵਿੱਚ ਇਮਰਾਨ ਖਾਨ ਨੂੰ। ਕੋਈ ਲੀਡਰ ਤੁਹਾਨੂੰ ਪਸੰਦ ਹੋਵੇ ਮੌਜੂਦਾ ਦੌਰ ਦਾ? ਜਾਂ ਮੌਜੂਦਾ ਦੌਰ ਦੇ ਵਿੱਚ ਜੀ ਸਵਾਏ ਇਮਰਾਨ ਖਾਨ ਤੋਂ ਹੈ ਹੀ ਕੁਝ ਨਹੀਂ, ਐਵੇਂ ਮੁਕਾਬਲਾ ਹੀ ਕੋਈ ਨਹੀਂ ਰਹਿ ਗਿਆ। ਕੀ ਵਜ੍ਹਾ? ਉਹ ਕੀ ਕਹਿੰਦੇ ਆ ਕਿ शेख साहब मुकाबला कैसा, शेख साहब मुकाबला कैसा, हम सरी क्या शराब नोशों से, एक कसमत फरोश बेहतर है आप जैसे खुदा फरोशों से। क्या इमरान खान के मुकाबले का इस वक्त कोई ना ही कोई नहीं, जिक्र ही कोई नहीं। कोई ਉਹਦੇ ਤੇ ਲਿਖੀ ਸ਼ਾਇਰੀ ਤੁਸੀਂ? हाँ जी, ਬਿਆਨ ਉਹਨਾਂ ਤੇ ਚੱਲ ਇਮਰਾਨ ਦੇ ਨਾਲ ਸੋਹਣਿਆ, ਚੱਲ ਇਮਰਾਨ ਦੇ ਨਾਲ, ਦੁੱਖਾਂ ਅੰਦਰ ਜਿੰਦੜੀ ਫਾਤੀ, ਦੁੱਖਾਂ ਅੰਦਰ ਜਿੰਦੜੀ ਫਾਤੀ, ਨਗਰੋ ਨਗਰੀ ਲੱਭੀਏ ਸਾਥੀ, ਆਓ ਰਲ ਮਿਲ ਸਾਰੇ ਦੁਖੀ, ਦੁੱਖਾਂ ਨੂੰ ਲਈਏ ਟਾਲ ਸੋਹਣਿਆ, ਚੱਲ ਇਮਰਾਨ ਦੇ ਨਾਲ। ਜ਼ਿੰਦਗੀ ਦੀਆਂ ਮਜਬੂਰੀਆਂ ਨੇ ਮਜਬੂਰ ਕੀਤਾ ਤੇ ਅਸੀਂ ਲਿਖਣਾ ਸ਼ੁਰੂ ਕਰ ਦਿੱਤਾ ਤੇ ਉਹਦੇ ਵਿੱਚ ਹਬੀਬ ਜਾਲਬ ਮੇਰੇ ਨਾਲ ਹੁੰਦੇ ਸਨ। ਉਹ ਬਹੁਤ ਅੱਛੇ ਸ਼ਾਇਰ ਸਨ। ਸ਼ਫੀਕ ਅਹਿਮਦ ਸ਼ਫੀਕ ਸੀ ਜੀ। ਇਹ ਸਾਰੇ ਲੋਕ ਜਨਾਬੇ ਅਲੀ ਸਾਡੇ ਨਾਲ। ਇਹ ਇੱਕ ਲਾਹੌਰੀ ਸਾਹਿਬ ਸਨ, ਸਾਈਂ ਅਖਤਰ ਲਾਹੌਰੀ ਸਾਹਿਬ, ਜਿਨ੍ਹਾਂ ਦੀ ਅੱਲਾ ਮੀਆਂ ਥੱਲੇ ਆ ਆਪਣੀ ਦੁਨੀਆ ਵਹਿੰਦਾ ਜਾ ਨਜ਼ਮ ਬੜੀ ਮਸ਼ਹੂਰ ਹੈ। ਸਹੀ। ਇਹ ਸਾਰੇ ਲੋਕ ਅਸੀਂ ਇਕੱਠੇ ਪੜ੍ਹਦੇ ਲਿਖਦੇ ਹੁੰਦੇ ਸਾਂ। ਮੈਂ ਗੁਜ਼ਾਰਿਸ਼ ਕਰਦਾ ਜਾਵਾਂ ਜੀ, ਜਿਹੜੇ ਬੰਦੇ ਨੂੰ ਜ਼ਿੰਦਗੀ ਦੀਆਂ ਮਜਬੂਰੀਆਂ ਨਾਲ ਵਾਹ ਪੈਂਦਾ ਹੈ ਨਾ, ਉਹ ਸਿਆਸਤ ਜ਼ਰੂਰ ਕਰਦਾ ਹੈ। ਸਹੀ। ਤੇ ਮੈਨੂੰ ਵੀ ਜ਼ਿੰਦਗੀ ਦੀਆਂ ਮਜਬੂਰੀਆਂ ਨੇ ਇਸ ਖਾਤੇ ਦੇ ਵਿੱਚ ਲਿਆ ਕੇ ਸੁੱਟ ਦਿੱਤਾ ਕਿ ਮੈਂ ਸਿਆਸਤ ਕਰਨੀ ਸ਼ੁਰੂ ਕਰ ਦਿੱਤੀ। ਔਰ ਜਨਾਬ ਉਸ ਤੋਂ ਬਾਅਦ ਜਦੋਂ ਮੈਨੂੰ ਹੋਰ ਔਖਾ ਹੋਇਆ ਤੇ ਮੈਂ ਕੁਝ ਆਪਣਾ ਆਪ ਦੱਸਣ ਵਾਸਤੇ ਮੈਂ ਜਨਾਬੇ ਵਾਲੀ ਕੁਝ ਨਾ ਕੁਝ ਲਿਖਣਾ ਸ਼ੁਰੂ ਕੀਤਾ। ਔਖਾ ਕੰਮ ਸੀ, ਲੇਕਿਨ ਕੁਝ ਲੋਕਾਂ ਨੇ ਮੇਰੇ ਨੋਕ ਪਲਕ ਸਵਾਰੀ ਤੇ ਮੈਂ ਕੋਸ਼ਿਸ਼ ਕਰਕੇ ਬਿਹਤਰੀ ਦੀ ਤਰਫ ਚਲੇ ਗਿਆ। ਅੱਜ 186 ਨਜ਼ਮਾਂ ਦਾ ਮਜਮੂਆ ਇਹ ਤੁਹਾਡੇ ਸਾਹਮਣੇ ਪਿਆ ਹੈ। ਜ਼ਬਰਦਸਤ। मेरे को इन्ने वसाइल नहीं कि मैं इन्हों छुपवा सका। मैं हूँ आपका होस्ट राशिद मिनहास और आप देख रहे हैं माई पाकिस्तान। देखते रहें माई पाकिस्तान को। हम आपके लिए मुख्तलिफ़ किस्म के प्रोग्राम्स रिकॉर्ड करते रहते हैं, इंटरव्यूज़ करते रहते हैं पाकिस्तान के मुख्तलिफ़ सेलिब्रिटीज़ को, पाकिस्तान के कोने कोने से, जो कि आपके लिए इंफॉर्मेटिव भी होते हैं और वो इंटरेस्टेड भी होते हैं। तो इसी तरह से आज हम चौधरी मोहम्मद रशीद सिंधु साहब के पास आए हैं, जो कि तहसील फ़िरोज़वाला ज़िला शेखुपुरा में रहायश पज़ीर हैं और अरसा दराज से, जैसा कि आज यौम मई का भी दिन है जिस दिन हम यहाँ पहुँचे हैं, तो मैं थोड़ी सी बात करना चाहूँगा क्योंकि इन्होंने अपनी सारी ज़िंदगी मज़दूरों के लिए, लेबर्स के लिए वक्फ़ की है। बहुत सारे बड़े ओहदों पे रहे हैं, इसके बावजूद भी बड़ी सादा ज़िंदगी गुजारी है। अपने लिए नहीं सोचा, लोगों की वेलफेयर के लिए ही काम किया है सारी ज़िंदगी। तो हम इनके ज़बानी इन्हीं से ही सुनेंगे। मैं इनके बारे में बहुत कुछ जानता हूँ, लेकिन वो चौधरी साहब आपको अपनी ज़बानी ही बताएंगे। चौधरी साहब, कौन से सन में आपने ये स्टार्ट लिया? आपकी जॉब कहाँ से स्टार्ट हुई? आपकी ज़िंदगी की शुरुआत कैसे हुई जॉब में जब आप आए? 14 जनवरी 1971 मैं लाइन POF वाह कैंट ਦੇ ਵਿੱਚ ਮੁਲਾਜ਼ਮਤ ਦਾ ਆਗਾਜ਼ ਕੀਤਾ। ਸਹੀ। ਔਰ ਉੱਥੇ ਮੈਂ ਸਰਵਿਸ ਕੀਤੀ 14 ਸਾਲ ਤੇ 4 महीने। वाह ਦੇ ਵਿੱਚ ਜੀ। ये गवर्नमेंट ਦਾ ਅਦਾਰਾ ਸੀ? ये गवर्नमेंट का अदारा, दफाई अदारा। दफाई अदारा, ठीक हो गया। तो अच्छा, ਤੁਸੀਂ ਇੱਥੇ ਜਦੋਂ ਜੌਬ ਕੀਤੀ ਤੇ ਫਿਰ ਤੁਸੀਂ ਇੱਥੇ ਯੂਨੀਅਨ ਦੇ ਵਿੱਚ ਕਿਸ ਤਰ੍ਹਾਂ ਤੁਹਾਨੂੰ ਮਤਲਬ ਕਿਸ ਤਰ੍ਹਾਂ ਵੈਲਫੇਅਰ ਦਾ ਕਿਸ ਤਰ੍ਹਾਂ ਜ਼ੇਨ 'ਚ ਆਇਆ, ਯੂਨੀਅਨ ਦਾ ਕਿਸ ਤਰ੍ਹਾਂ ਜ਼ੇਨ 'ਚ ਆਇਆ, ਜਾਂ ਕਿ ਸ਼ੁਰੂ ਤੋਂ ਹੀ ਇਹ ਸਮ ਟਾਈਮ ਹੁੰਦਾ ਕਿ ਬੰਦੇ ਦੇ ਅੰਦਰ ਹੀ ਇਹ ਚੀਜ਼ਾਂ ਹੁੰਦੀਆਂ ਨੇ ਕਿ ਵੈਸੇ ਕੋਈ ਬਾਈ ਚਾਂਸ ਹੀ ਇਸ ਪਾਸੇ ਟੁਰ ਪਏ ਕਿ ਲੋਕਾਂ ਦੀ ਵੈਲਫੇਅਰ ਵਾਸਤੇ ਕੰਮ ਕਰਨਾ ਹੈ, ਜਾਂ ਕਿਸ ਤਰ੍ਹਾਂ? ਨਹੀਂ, ਛੋਟੇ ਤਬਕੇ ਦਾ ਬੰਦਾ ਸੀ ਮੈਂ। ਸ਼ੁਰੂ ਤੋਂ ਹੀ ਗਰੀਬ ਘਰ ਦਾ ਪੁੱਤਰ ਸਾਂ ਮੈਂ ਜਨਾਬੇ ਅਲੀ। ਸ਼ੁਰੂ ਤੋਂ ਹੀ ਜਿਹੜੇ ਮਾਹੌਲ 'ਚ ਪਿਸਿਆ, ਉਸ ਮਾਹੌਲ ਨੇ ਮੈਨੂੰ ਤਰਬੀਅਤ ਦਿੱਤੀ ਕਿ ਮੈਂ ਅੱਗੇ ਵਧਾਂ। ਔਰ ਮੈਂ ਲੋਕਾਂ ਦੇ ਵਾਸਤੇ ਬਹੁਤ ਜ਼ਿਆਦਾ ਕੰਮ ਕੀਤਾ। ਮੈਂ ਤਗੋ-ਦੋ ਕੀਤੀ ਲੋਕਾਂ ਦੇ ਵੈਲਫੇਅਰ ਵਾਸਤੇ, ਔਰ ਮੈਂ ਆਪਣੀ ਸਾਰੀ ਜ਼ਿੰਦਗੀ ਇਹਦੇ ਵਿੱਚ ਲੁਟਾ ਦਿੱਤੀ। ਮੈਂ ਜਿਸ ਤਰ੍ਹਾਂ ਕਿ ਮੈਂ ਵਾਹ ਦੇ ਵਿੱਚ 3 ਇਲੈਕਸ਼ਨ ਲੜਿਆ, ਮੈਂ ਕਾਮਯਾਬ ਹੋਇਆ। ਔਰ ਲੁਤਫ ਵਾਲੀ ਗੱਲ ਇਹ ਹੈ ਕਿ ਮੈਂ ਕਾਮਯਾਬ ਹੋ ਕੇ ਵੀ ਕੋਈ ਬੈਨੀਫਿਟ ਨਹੀਂ ਚੁੱਕਿਆ। ਉੱਥੇ ਲੋਕੀ ਬਣ ਗਏ। ਮੈਂ ਜਨਾਬੇ ਵਾਲੀ 1985 ਦੇ ਵਿੱਚ
24 ਅਪ੍ਰੈਲ 1985 ਨੂੰ ਮੈਂ ਉੱਥੋਂ ਡਿਸਮਿਸ ਕਰ ਦਿੱਤਾ ਗਿਆ ਬਗੈਰ ਕਿਸੇ ਹਿਸਾਬ ਕਿਤਾਬ। ਵਜ੍ਹਾ ਹੜਤਾਲ ਇੱਕ ਹੋਈ ਸੀ ਜਿਹਦੇ ਵਿੱਚ ਮਜ਼ਦੂਰ ਮਫਾਦਾਤ ਤੁਹਾਡੀ ਵਾਸਤੇ- ਯੂਨੀਅਨ ਕੋ ਬਹੁਤ ਸਟਰੋਂਗ ਹੋ ਗਈ ਸੀ। ਅਸੀਂ ਉਹ ਹੈ ਤਾਂ ਉੱਥੇ ਐਸੋਸੀਏਸ਼ਨ ਸੀ, ਯੂਨੀਅਨ ਨਹੀਂ ਸੀ, ਠੀਕ ਹੈ। ਲੇਕਿਨ ਉਹ ਚੂੰਕਿ ਐਡੀ ਮਜ਼ਬੂਤ ਸੀ ਤਗੜੀ ਐਸੋਸੀਏਸ਼ਨ ਸੀ। ਉਹਦੀ ਨੁਮਾਇੰਦਾ ਤਨਜ਼ੀਮ ਸੀ ਉਹ 30,000 ਮਜ਼ਦੂਰਾਂ ਦੀ। ਅੱਛਾ। ਤੇ ਉਹ ਜਦੋਂ ਸਾਡੀ ਕਾਲ ਦੇ ਉੱਤੇ ਲੋਕ ਲਬੈਕ ਕਰਦੇ ਸਨ, ਕਿਉਂਕਿ ਉਹਨਾਂ ਦੇ ਮਫਾਦਾਤ ਦੀ ਗੱਲ ਹੁੰਦੀ ਸੀ, ਉਹ ਲਬੈਕ ਕਰਦੇ ਸਨ ਤਾਂ ਉੱਥੇ ਹੜਤਾਲ ਵੀ ਹੋ ਜਾਂਦੀ ਸੀ। ਜੋ ਕੁਝ ਮੁਤਾਲਬਾਤ ਹੁੰਦੇ ਸਨ ਅਸੀਂ ਮਨਵਾ ਲੈਂਦੇ ਸਾਂ। ਸਹੀ। ਔਰ ਇਹ ਵੀ ਇੱਥੇ ਸਾਡੇ ਤਕਰੀਬਨ ਉਹਨਾਂ ਮੁਤਾਲਬਾਤ ਤਸਲੀਮ ਕਰ ਲੈਂਦੇ ਹੁੰਦੇ ਸਨ। ਲੇਕਿਨ ਇਹ ਜਿਹੜਾ ਮਸਲਾ ਬਣਿਆ, ਇਹ ਜ਼ਿਆਉਲ ਹਕ ਸਾਹਿਬ ਮੋਹਤਰਮ ਜਿਹੜੇ ਸਨ ਉਸ ਵਕਤ ਚੀਫ ਮਾਰਸ਼ਲ ਐਡਮਿਨਿਸਟ੍ਰੇਟਰ, ਸਹੀ, ਉਹਨਾਂ ਨੇ ਕਿਹਾ ਮੈਂ ਮੁਲਕ ਦੇ ਵਿੱਚ ਜਮਹੂਰੀਅਤ ਨਹੀਂ ਰਹਿਣ ਦਿੱਤੀ ਤੇ POF ਵਾਹ ਦੇ ਵਿੱਚ ਕਿਸ ਤਰ੍ਹਾਂ ਰਹਿ ਸਕਦੀ। ਤੇ ਕਿੰਨੇ ਬੰਦੇ ਤੁਹਾਨੂੰ ਉਸ ਮੌਕੇ ਤੇ ਉਹਨਾਂ ਨੇ ਡਿਸਮਿਸ ਕੀਤੇ? 1257 ਬੰਦੇ ਡਿਸਮਿਸ ਕਰ ਦਿੱਤੇ ਔਨ ਦਾ ਸਪੌਟ। ਹਾਂਜੀ। ਔਰ ਉਸ ਤੋਂ ਬਾਅਦ ਹੌਲੀ ਹੌਲੀ ਲੋਕ ਮਾਫੀਨਾਮੇ ਲਿਖ ਕੇ ਦੇ ਗਏ ਤੇ ਅਸੀਂ ਬਹਾਲ ਹੋ ਗਏ। ਹਾਂਜੀ। ਅਸੀਂ 173 ਬੰਦੇ ਰਹਿ ਗਏ ਸਹੀ, ਜਿਹਨਾਂ ਨੇ ਨਹੀਂ ਮਾਫੀਨਾਮੇ ਲਿਖੇ, ਜਿਨ੍ਹਾਂ ਨੇ ਮਾਫੀਨਾਮੇ ਨਹੀਂ ਦਿੱਤੇ। ਫਿਰ ਜਦੋਂ ਬੇਨਜ਼ੀਰ ਦੀ ਹਕੂਮਤ 1988 ਦੇ ਵਿੱਚ ਆਈ ਤੇ ਉਹਨਾਂ ਨੇ 91 ਬੰਦੇ ਬਹਾਲ ਉਹਨਾਂ ਚੋਂ ਵੀ ਕਰ ਦਿੱਤੇ। ਸਹੀ। ਫਿਰ ਅਸੀਂ ਨਾ ਤਕਰੀਬਨ 45 ਦੇ ਕਰੀਬ ਬੰਦੇ ਰਹਿ ਗਏ। ਜਿਸ ਵਕਤ ਉਹਦੀ ਦੁਬਾਰਾ ਹਕੂਮਤ ਆਈ ਤੇ ਉਹਨਾਂ ਨੇ ਫਿਰ ਮਤਲਬ ਕੁਝ ਬੰਦੇ ਬਹਾਲ ਕਰ ਦਿੱਤੇ। ਬਹਾਲ ਨਹੀਂ ਕੀਤੇ ਬਲਕਿ ਉਹਨਾਂ ਨੂੰ ਕੁਝ ਇਨਸੈਂਟਿਵ ਦੇ ਦਿੱਤੇ, ਯਾਨੀ ਕਿ ਜਿਹੜੀਆਂ ਉਹਨਾਂ ਦੀਆਂ ਪਿਛਲੀਆਂ ਸੈਲਰੀਆਂ ਕੋਈ ਇਸ ਤਰ੍ਹਾਂ ਕੁਝ ਨਾ ਕੁਝ ਉਹਨਾਂ ਨੂੰ ਤੁਸੀਂ ਵੈਸੇ ਕੇਸ ਵੀ ਕੀਤਾ ਸੀ ਮਹਿਕਮੇ? ਜੀ ਅਸੀਂ ਮਤਲਬ ਸਾਡੇ ਚੌਂਕੇ ਐਸੋਸੀਏਸ਼ਨ ਸੀ ਤੇ ਉਹ ਉੱਥੇ ਅਸੀਂ ਹਾਈ ਕੋਰਟ ਰਿਟ ਦਾਇਰ ਕੀਤੀ ਲੇਕਿਨ ਉਹ ਵੀ ਰਿਜੈਕਟ ਹੋ ਗਈ ਸੀ। ਰਿਜੈਕਟ ਹੋ ਗਈ ਕਿਉਂਕਿ ਗਵਰਨਮੈਂਟ ਦੇ ਖਿਲਾਫ ਸੀ ਤੇ ਉਹ ਕਿਸ ਤਰ੍ਹਾਂ ਕਾਮਯਾਬ ਹੋ ਸਕਦੀ। ਫਿਰ ਉੱਥੋਂ ਜਦੋਂ ਡਿਸਮਿਸ ਹੋ ਗਏ ਉਸ ਤੋਂ ਬਾਅਦ ਫਿਰ ਅਗਲਾ ਲਾਇਆ ਅਮਲ ਕੀ ਸੀ ਤੁਹਾਡਾ? ਫਿਰ ਚੌਂਕੇ ਉਹ ਭੁੱਖ ਤੇ ਹਰ ਇੱਕ ਨੂੰ ਸਤਾਉਂਦੀ ਹੈ ਨਾ ਜੀ, ਸਾਨੂੰ ਵੀ ਭੁੱਖ ਨੇ ਸਤਾਇਆ। ਅਸੀਂ ਮੁਖਤਲਿਫ ਜਗ੍ਹਾ ਤੇ ਤਗੋਦੋ ਕਰਦੇ ਰਹੇ। ਆਖਿਰਕਾਰ ਆਣ ਕੇ 1985 ਤੋਂ ਲੈ ਕੇ 1986 ਤੱਕ ਕਈ ਜਗ੍ਹਾ ਦੇ ਉੱਤੇ ਟਰਾਈ ਕੀਤੀ ਔਰ ਕਈ ਜਗ੍ਹਾ ਤੇ ਮੁਲਾਜ਼ਮਤ ਹੋਈ, ਲੇਕਿਨ 6 ਫਰਵਰੀ 1986 ਨੂੰ ਲਾਈਨਰ ਪਾਰਕ ਜਲਾਟੀਨ ਦੇ ਵਿੱਚ ਮੇਰੀ ਜੌਬ ਲੱਗ ਗਈ। ਸਹੀ। ਮੈਂ ਇੱਥੇ ਬਤੌਰੇ ਇਲੈਕਟ੍ਰੀਸ਼ੀਅਨ ਆ ਗਿਆ, ਸੀਨੀਅਰ ਇਲੈਕਟ੍ਰੀਸ਼ੀਅਨ। ਸਹੀ। ਤੇ ਫਿਰ ਉਹ ਉੱਥੇ ਲਾਈਨਰ ਪਾਰਕ 'ਚ ਹੀ ਬਾਕੀ ਜ਼ਿੰਦਗੀ ਦਾ ਹਿੱਸਾ ਗੁਜ਼ਾਰਿਆ? ਹਾਂਜੀ। ਔਰ ਲਾਈਨਰ ਪਾਰਕ ਜਲਾਟੀਨ ਦੇ ਵਿੱਚ ਅਸੀਂ ਨਵੰਬਰ 1999 ਨੂੰ ਇੱਥੇ ਅਸੀਂ ਯੂਨੀਅਨ ਬਣਾ ਲਈ ਔਰ ਮੈਂ ਉਹਦਾ ਬਾਨੀ ਪ੍ਰੈਜ਼ੀਡੈਂਟ ਸੀ। ਯਾਨੀ ਉਹ ਰਜਿਸਟਰਡ ਹੀ ਤੁਸੀਂ ਕਰਾਈ ਪਹਿਲੇ ਟਾਈਮ? ਮੈਂ ਫਸਟ ਟਾਈਮ ਯੂਨੀਅਨ ਜਿਹੜੀ ਬਣੀ ਲਾਈਨਰ ਪਾਰਕ ਦੇ ਵਿੱਚ ਜੀ, ਉਹਦਾ ਮੁਜਬ ਚੌਧਰੀ ਰਸ਼ੀਦ ਸੀ ਜੀ। ਮੈਂ ਸਹੀ। ਤੇ ਉਹ ਫਿਰ ਮਾਲਕਾਂ ਦੇ ਨਾਲ ਫਿਰ ਸਾਹਮਣਾ ਚੈਲੰਜ ਤੇ ਹੈ ਸੀ ਆਜਰ ਦੇ ਨਾਲ? ਉਹ ਫਸਟ ਟਾਈਮ ਤੇ ਉਹ ਮਤਲਬ ਬਹੁਤ ਜ਼ਿਆਦਾ ਪੀਕ ਤੇ ਸਨ ਔਰ ਲੜਾਈਆਂ ਪਾਉਂਦੇ ਸਨ, ਲੇਕਿਨ ਆਖਰ ਉਹਨਾਂ ਨੂੰ ਹਥਿਆਰ ਸੁੱਟਣੇ ਪਏ ਔਰ ਸਾਡੇ ਨਾਲ ਮੁਆਹਦਾ ਕਰਕੇ ਚੱਲਣਾ ਪਿਆ। ਇਹ ਜੋ ਸਭ ਜਦੋਂ ਯੂਨੀਅਨ ਬਣਦੀ ਹੈ ਉਸ ਤੋਂ ਪਹਿਲੇ ਤੇ ਬੜੀ ਸਾਲਾਂ ਦੀ ਵਰਕਿੰਗ ਹੁੰਦੀ ਹੈ, ਜੋ ਲੋਕਾਂ ਨੂੰ ਜੋੜਿਆ ਜਾਂਦਾ, ਆਪਣਾ ਮੈਸੇਜ ਦਿੱਤਾ ਜਾਂਦਾ ਕਿ ਮੈਂ ਤੁਹਾਡੇ ਬੈਨੀਫਿਟ ਵਾਸਤੇ ਇਹ ਕਰਨਾ। ਤੋਂ ਬਾਅਦ ਦੇ ਵਿੱਚ ਜਾ ਕੇ ਕਿਤੇ ਰਜਿਸਟਰਡ ਹੁੰਦੀ ਹੈ ਜਦੋਂ ਲੱਗਦਾ ਕਿ ਤੁਹਾਡੀ ਸਟਰੈਂਥ ਬਣ ਗਈ ਹੈ। ਤੇ ਕਿੰਨੇ ਸਾਲ ਦੀ ਤਗੋਦੋ ਤੋਂ ਬਾਅਦ ਉਹ ਤੁਸੀਂ ਯੂਨੀਅਨ ਰਜਿਸਟਰ? 3 ਸਾਲ ਦੀ ਲਗਾਤਾਰ ਤਗੋਦੋ ਸੀ ਜਿਹਦੇ ਵਿੱਚ ਅਸੀਂ ਜਾ ਕੇ ਕਾਮਯਾਬ ਹੋਏ। ਲੇਕਿਨ ਉਹ ਕਿਉਂਕਿ ਇੱਕ ਇਲਾਕਾ ਇਸ ਤਰ੍ਹਾਂ ਦਾ ਸੀ ਕਾਲਾ ਸ਼ਕਾਕੂ, ਜਿਹਦੇ ਵਿੱਚ ਪਹਿਲੇ ਵੀ ਟ੍ਰੇਡ ਯੂਨੀਅਨਸ ਹੈ ਸਨ, ਲੇਕਿਨ ਉਹ ਸਾਰੀਆਂ ਸਨ ਗੌਰਮੈਂਟ ਦੇ ਅਦਾਰਿਆਂ ਦੇ ਵਿੱਚ। ਪ੍ਰਾਈਵੇਟ ਅਦਾਰਿਆਂ ਦੇ ਵਿੱਚ ਉੱਥੇ ਕੋਈ ਯੂਨੀਅਨ ਨਹੀਂ ਸੀ। ਤੇ ਅਸੀਂ ਫਸਟ ਟਾਈਮ ਬਣਾਈ ਗਈ ਔਰ ਉਹ ਲੋਕਾਂ ਨੇ ਬਹੁਤ ਉਹਨੂੰ ਐਪਰੀਸ਼ੀਏਟ ਕੀਤਾ, ਲੇਕਿਨ ਉਹ ਪ੍ਰਾਈਵੇਟ ਅਦਾਰੇ ਦੇ ਵਿੱਚ ਯੂਨੀਅਨ ਚਲਾਉਣਾ ਬਹੁਤ ਪ੍ਰੋਬਲਮ ਹੁੰਦਾ ਹੈ। ਜਸਪ ਜਦੋਂ ਤੁਸੀਂ ਯੂਨੀਅਨ ਬਣਾ ਲਈ, ਮਾਲਕਾਂ ਨੇ ਤੁਹਾਨੂੰ ਆਫਰ ਨਹੀਂ ਕੀਤੀ ਕਿ ਸਾਡਾ ਮੁੱਕ ਮੰਗਾ ਕਰੋ, ਇਹਨੂੰ ਖਤਮ ਕਰੋ? ਹਾਂਜੀ, ਬਿਲਕੁਲ। ਤੁਹਾਨੂੰ ਨਜ਼ਰ ਨਹੀਂ ਆਇਆ ਕਿ ਮੈਂ ਅਮੀਰ ਹੋ ਰਿਹਾ, ਮੈਨੂੰ ਪੈਸੇ ਲੱਭਣਗੇ? ਖੁਦਾ ਸ਼ਾਹਦਿਆ, ਅੱਲਾ ਮਤਲਬ ਝੂਠ ਨਾ ਬੁਲਾਏ ਔਰ ਜਿਹੜਾ ਝੂਠ ਬੋਲੇ ਉਹਦੇ ਤੇ ਰੱਬ ਦੀ ਲਾਨਤ। ਉਹਨਾਂ ਨੇ ਮੈਨੂੰ ਮਤਲਬ ਬਹੁਤ ਜ਼ਿਆਦਾ ਆਫਰ ਕੀਤੀ। ਉਹਨਾਂ ਜ਼ਮੀਨ ਲੈ ਕੇ ਦੇਣ ਦੀ ਗੱਲ ਕੀਤੀ, ਉਹਨਾਂ ਘਰ ਬਣਾ ਕੇ ਦੇਣ ਦੀ ਗੱਲ ਕੀਤੀ, ਅੱਛੇ ਇਲਾਕੇ ਦੇ ਵਿੱਚ ਮਤਲਬ ਰਿਹਾਇਸ਼ ਦੀ ਗੱਲ ਕੀਤੀ। ਤੁਹਾਨੂੰ ਆਪਣੇ ਬੱਚਿਆਂ ਦਾ ਮੁਸਤਕਬਲ ਨਹੀਂ ਨਜ਼ਰ ਆਇਆ ਕਿ ਜੀ ਮੈਨੂੰ ਇੰਨੇ ਪੈਸੇ ਲੱਭ ਰਹੇ ਨੇ ਤੇ ਮੈਂ ਚੁੱਪ ਕਰਕੇ? ਕੀ ਤੁਹਾਡਾ ਜ਼ੇਨ ਸੀ ਕਿ ਕਿਸ ਤਰ੍ਹਾਂ
ਆਪਣੇ ਆਪ ਨੂੰ? ਇੱਕ ਮੈਂ ਤੁਹਾਨੂੰ ਦੱਸਣਾ ਕਿ ਮੈਂ ਉਹਨਾਂ ਨੂੰ ਇੱਕ ਗੱਲ ਕੀਤੀ ਸੀ ਆਪਣੇ ਫੈਕਟਰੀ ਦੇ ਮਾਲਕਾਂ ਨੂੰ ਕਿ ਗੱਲ ਇਹ ਦੋਸਤੋ ਕਿ ਮੈਂ ਗਰੀਬਾਂ ਦੇ ਵਿੱਚ ਪੈਦਾ ਹੋਇਆ ਤੇ ਮੈਂ ਇਹਨਾਂ 'ਚ ਹੀ ਮਰ ਜਾਣਾ ਪਸੰਦ ਕਰਦਾ। ਸਹੀ। ਔਰ ਮੈਂ ਵੇਖ ਲਓ ਤੁਸੀਂ ਮੇਰੇ ਆਲੇ ਦੁਆਲੇ ਸਾਰੇ ਵੇਖ ਲਓ ਜਿਹੜੇ ਮੇਰੇ ਤੋਂ ਬਾਅਦ ਵੀ ਕੁਝ ਲੋਕ ਮੇਰੇ ਮੁਕਾਬਲਾ ਤਾਂ ਆਏ, ਮਾਲਕਾਂ ਨੇ ਭਰਤੀ ਕਰਕੇ ਉਹਨਾਂ ਨੂੰ ਮੇਰੇ ਮੁਕਾਬਲੇ 'ਤੇ ਲਿਆਂਦਾ। ਉਹਨਾਂ ਨੂੰ ਚੈੱਕ ਕਰ ਲਓ ਕਿ ਉਹਨਾਂ ਦੀ ਕੋਈ ਹੈਸੀਅਤ ਨਹੀਂ ਸੀ ਮੇਰੇ ਮੁਕਾਬਲੇ 'ਤੇ। ਯਾਨੀ ਕਿ ਉਹ ਮਾਲਕਾਂ ਦੀ ਖੁਦ ਸਾਖਤਾ ਯੂਨੀਅਨ ਜਿਹੜੀ ਸੀ ਉਹਨਾਂ ਨੇ ਤੁਹਾਡੇ ਮੁਕਾਬਲੇ ਲਿਆਂਦੀ ਕਿ ਇਹਨਾਂ ਨੂੰ ਕਿਸ ਤਰ੍ਹਾਂ ਮਾਤ ਦਈਏ। ਹਾਂਜੀ, ਇੱਕ ਵਾਰੀ ਸਾਡੇ ਨਾਲ ਲੜਾਈ ਝਗੜੇ ਦੇ ਸਿਲਸਿਲੇ 'ਚ ਮੈਂ ਸਸਪੈਂਡ ਗੇਟ 'ਤੇ ਬੈਠਾ ਹੋਇਆ ਸਾਂ ਤੇ ਉਹ ਲੋਕ ਜਿਹੜੇ ਸਨ ਉਹ ਉਦੋਂ ਉਹਨਾਂ ਨੇ ਮਾਲਕਾਂ ਨੇ ਭਰਤੀ ਕੀਤੇ ਤੇ ਉਹ ਫਿਰ ਉਹ ਹੌਲੀ ਹੌਲੀ ਉਹ ਜਿਸ ਇਹਦੇ 'ਚ ਲਾਈਫ 'ਚ ਥ੍ਰੈਟ ਵੀ ਦਿੱਤੇ ਆ ਜਾਂਦੇ ਨੇ, ਤੁਹਾਨੂੰ ਡਰਾਇਆ ਧਮਕਾਇਆ ਵੀ ਤੇ ਗਿਆ ਹੋਣਾ ਕਿਉਂਕਿ ਉਹ ਤਾਂ ਸਟਰੋਂਗ ਇੱਕ ਹਾਜ਼ਰ ਇੱਕ ਬਿਜ਼ਨਸਮੈਨ, ਸਟਰੋਂਗ ਪਾਰਟੀ, ਇੱਕ ਆਮ ਬੰਦਾ। ਮੈਂ ਗਰੀਬ ਘਰ ਦਾ ਪੁੱਤਰ ਸਾਂ ਤੇ ਗਰੀਬ ਹਮੇਸ਼ਾ ਹੀ ਤਗੜਾ ਹੁੰਦਾ ਹੈ ਜੀ। ਮੈਂ ਇਹ ਗੌਰ ਨਾਲ ਵੇਖਿਆ ਕਿ ਮੈਂ ਸਾਰੇ ਗਰੀਬਾਂ ਨੂੰ ਲੈ ਕੇ ਨਾਲ ਟੁਰਿਆ ਔਰ ਮੇਰੇ ਤੁਸੀਂ ਆਲੇ ਦੁਆਲੇ ਕਦੀ ਖੰਗਾਲਿਆ ਜੇ ਕਿ ਮੇਰੇ ਨਾਲ ਜਿਹੜੇ ਲੋਕ ਸਨ ਉਹ ਸਾਰੇ ਗਰੀਬ ਸਨ। ਮੈਂ ਕਿਸੇ ਚੋਰੀ ਦੇ ਨਾਲ ਨਹੀਂ ਚੱਲਿਆ। ਬਿਲਕੁਲ। ਔਰ ਮੈਂ ਪੂਰੀ ਟ੍ਰੇਡ ਯੂਨੀਅਨ ਹਿਸਟਰੀ ਦੇ ਵਿੱਚ ਮੈਂ ਹਲਫ ਚੁੱਕ ਕੇ ਦੱਸ ਸਕਦਾ ਮੈਂ ਕਿਸੇ ਕਦੀ ਚੋਰੀ ਕੋਲ ਨਹੀਂ ਗਿਆ। ਬਿਲਕੁਲ ਹੈ। ਮੈਂ ਕਿਸੇ ਚੋਰੀ ਕੋਲ ਨਹੀਂ ਗਿਆ। ਵੋਟਾਂ ਦੇ ਸਿਲਸਿਲੇ 'ਚ ਵੀ ਸਾਰੇ ਲੋਕ MPA MNA ਕੋਲ ਜਾਂਦੇ ਸਨ ਤੇ ਸਾਡੇ ਸਾਹਮਣੇ ਮਤਲਬ ਕਰਨਲ, ਜਰਨੈਲ, ਬ੍ਰਿਗੇਡੀਅਰ ਹੈ ਸਨ, 107 ਮਰਬੇ ਦੇ ਮਾਲਕ ਹੈ ਸਨ। ਮੈਂ ਕਦੀ ਕਿਸੇ ਕੋਲ ਵੋਟਾਂ ਵਾਸਤੇ ਨਹੀਂ ਸੀ ਗਿਆ। ਸਹੀ। ਤੇ ਸਿਆਸੀ ਲੋਕ ਵੀ ਤੇ ਰਾਬਤਾ ਕਰਦੇ ਹੋਣੇ ਨੇ ਜਦੋਂ ਇਲੈਕਸ਼ਨ ਹੁੰਦੇ ਹੋਣੇ ਨੇ ਕਿ ਚੋਈ ਸਾਹਿਬ ਤੁਹਾਡੇ ਵੋਟ ਨੇ, ਸਾਡੇ ਨਾਲ ਤਾਵਨ ਕਰੋ? ਸ਼ੁਰੂ ਤੋਂ ਹੀ ਜੀ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ 1970 ਦੇ ਵਿੱਚ ਜਦੋਂ ਅਸੀਂ ਟੀਨਏਜਰ ਸਾਂ, ਜਵਾਨ ਵੀ ਹੋਏ ਨਵੇਂ ਆਪਣੇ ਪਿੰਡ ਦੇ ਵਿੱਚ ਵੀ ਅਸੀਂ ਪੀਪਲ ਪਾਰਟੀ ਦਾ ਬੁਨਿਆਦ ਰੱਖੀ ਔਰ ਅਸੀਂ 3 ਬੰਦੇ ਸਾਂ ਜਿਨ੍ਹਾਂ ਨੇ ਜਨਾਬੇ ਵਾਲੀ ਪੀਪਲ ਪਾਰਟੀ ਨੂੰ ਆਪਣੇ ਪਿੰਡ ਦੇ ਸਾਰੇ ਚੌਧਰੀਆਂ ਕੋਲੋਂ ਜਿੱਤ ਲਿਆ ਸੀ। ਵਾਹ, ਜ਼ਬਰਦਸਤ। 1970 ਦੇ ਵਿੱਚ। ਔਰ ਉਸ ਦਿਨ ਤੋਂ ਲੈ ਕੇ ਅਸੀਂ ਪੂਰੀ ਜ਼ਿੰਦਗੀ ਪੀਪਲ ਪਾਰਟੀ ਨਾਲ ਗੁਜ਼ਾਰ ਦਿੱਤੀ। ਲੇਕਿਨ 2008 ਦੇ ਵਿੱਚ ਜਦੋਂ ਅਸੀਂ ਉਹਨਾਂ ਨੂੰ ਵੋਟ ਪਾਇਆ, ਆਖਰੀ ਵੋਟ ਪੀਪਲ ਪਾਰਟੀ ਨੂੰ ਪਾਇਆ, ਉਸ ਤੋਂ ਬਾਅਦ ਜਿਹੜੀ ਜ਼ਰਦਾਰੀ ਸਾਹਿਬ ਨੇ ਸਾਡੀ ਸੂਰਤ ਹਾਲ ਕਰ ਛੱਡੀ ਪੀਪਲ ਪਾਰਟੀ ਦੀ, ਉਹਦੇ ਵਿੱਚ ਉਸ ਤੋਂ ਬਾਅਦ ਅਸੀਂ PTI ਨਾਲ ਚਲੇ ਗਏ। ਸਹੀ। ਔਰ PTI ਨਾਲ ਅਸੀਂ 3 ਇਲੈਕਸ਼ਨ ਲੜੇ। ਤੇ ਇਹ ਲਾਈਨਰ ਪਾਰਕ ਦੀ ਜਿਹੜੀ ਜੌਬ ਸੀ, ਡਿਊਟੀ ਸੀ ਤੁਹਾਡੀ, ਕਿੰਨੇ ਸਾਲ ਚੱਲੀ? ਮੇਰੀ ਤਕਰੀਬਨ 27 ਸਾਲ। ਤੇ ਕਿੰਨੀਆਂ ਯੂਨੀਅਨ ਉਹਦੇ 'ਚ ਤੁਸੀਂ ਜਿਹਦੇ ਨੂੰ ਫੇਸ ਕੀਤਾ, ਯਾਨੀ ਕਿ ਜਿਨ੍ਹਾਂ ਨਾਲ ਲੜੇ ਵੀ, ਕੁਝ ਖੁਦ ਸਾਖਤਾਂ ਵੀ ਬਣੀਆਂ? ਵੇਖੋ, ਇੱਕ ਮੇਰੀ ਆਪਣੀ ਸੀ ਫੈਕਟਰੀ ਦੇ ਵਿੱਚ ਯੂਨੀਅਨ, ਇੱਕ ਮਾਲਕਾਂ ਨੇ ਬਣਾਈ ਸੀ ਯੂਨੀਅਨ ਸਟਾਰਟ ਦੇ ਵਿੱਚ ਔਰ ਉਹ ਮੁਕਾਬਲਾ ਕਰਦੀ ਰਹੀ ਲੇਕਿਨ ਉਹ ਐਡੀ ਕਾਮਯਾਬ ਨਹੀਂ ਹੋ ਸਕੀ। ਜਦੋਂ ਸਾਡੇ ਮੈਂ ਜਿਸ ਵਕਤ ਇੱਥੇ ਯੂਨੀਅਨ ਬਣਾਈ ਉਦੋਂ ਇੱਥੇ 74 ਬੰਦੇ ਸੀ ਤਾਦਾਦ ਸੀ ਟੋਟਲ, ਬਾਕੀ ਸਾਰੇ ਡੇਲੀ ਪੇਡ ਸਨ। ਡੇਲੀ ਪੇਡ ਯਾਨੀ ਜਿਹੜੀ ਮੁਸ਼ਕਿਲ ਹੈ ਸਨ। ਹਾਂਜੀ। ਤੇ ਉਹ 74 ਬੰਦਿਆਂ ਦੇ ਮੈਂ ਯੂਨੀਅਨ ਬਣਾਈ। ਜਦੋਂ 274 ਹੋ ਗਈ ਉਦੋਂ ਮੈਨੂੰ ਲੋਕਾਂ ਨੇ ਹਰਾ ਦਿੱਤਾ। ਇਹ ਕੀ ਵਜ੍ਹਾ? ਉਹ ਸਾਰੇ ਲੋਕੀ ਭਰਤੀ ਵੀ ਮੈਂ ਕਰਾਏ ਸਨ ਤੇ ਪੱਕੇ ਵੀ ਮੈਂ ਹੀ ਕਰਾਏ ਸਨ। ਔਰ ਉਦੋਂ ਫਿਰ ਉਹੀ ਲੋਕ ਜਿਹਦੀ ਤੁਸੀਂ ਇੱਕ ਬੇਸ ਬਣਾਈ ਸੀ ਜੀ, ਉਹੀ ਲੋਕ ਤੁਹਾਡੇ ਮੁਖਾਲਫਤ 'ਚ ਆ ਗਏ। ਮਤਲਬ ਇਹ ਜੀ ਬਦਕਿਸਮਤੀ ਹੁੰਦੀ ਹੈ ਸ਼ੁਰੂ ਤੋਂ ਲੈ ਕੇ ਕਿ ਜਿਹਦੇ ਨਾਲ ਤੁਸੀਂ ਨੇਕੀ ਕਰੋ ਉਹਦੇ ਸ਼ਰ ਤੋਂ ਵੀ ਮਾਫੂਜ਼ ਰਹੋ। ਸਹੀ। ਮੌਲਾ ਅਲੀ ਅਲੈਹਿਸਲਾਮ ਨੇ ਫਰਮਾਇਆ ਕਿ ਜਿਹਦੇ ਨਾਲ ਤੁਸੀਂ ਨੇਕੀ ਕਰਦੇ ਹੋ ਉਹਦੇ ਸ਼ਰ ਤੋਂ ਵੀ ਮਾਫੂਜ਼ ਰਹੋ। ਬਿਲਕੁਲ ਸਹੀ। ਜੋ ਸਭ ਇਸ ਟਾਈਮ ਵੀ ਤੁਸੀਂ ਆਲ ਪਾਕਿਸਤਾਨ ਯਾਨੀ ਕਿ ਜਿਹੜੇ 올ਡ ਏਜ ਬੈਨੀਫਿਟ ਐਸੋਸੀਏਸ਼ਨ ਹੈ ਆਲ ਪਾਕਿਸਤਾਨ ਦੀ, ਇਸ ਟਾਈਮ ਤੁਹਾਡੇ ਕੋਲ ਚੇਅਰਮੈਨੀ ਦੀ ਸੀਟ ਹੈ ਜੀ। ਲੇਕਿਨ ਫਿਰ ਵੀ ਇੱਕ ਸਾਦਾ ਜ਼ਿੰਦਗੀ, ਇੱਕ ਆਮ ਇਨਸਾਨਾਂ ਦੀ ਤਰ੍ਹਾਂ ਵੱਡੇ ਵੱਡੇ ਅਹੁਦਿਆਂ 'ਤੇ ਫੈਜ਼ ਰਹੇ, ਸਾਰਾ ਕੁਝ ਦੇਖਿਆ, ਦੁਨੀਆਦਾਰੀ ਦੇਖੀ, ਆਪਣਾ ਵਾਸਤੇ ਕੁਝ ਸੋਚਿਆ? ਇਹ ਜਿਹੜੀ ਇਹ ਲਾਈਨਰ ਪਾਰਕ ਜਲਾਟੀਨ ਦੀ ਜਿਹੜੀ ਡਿਊਟੀ ਸੀ ਜਿਹਦੇ ਵਿੱਚ ਮੈਂ ਯੂਨੀਅਨ ਬਣਾਈ, ਇੱਥੇ ਬਹੁਤ ਜ਼ਿਆਦਾ ਮਫਾਦਾਤ ਸਨ। ਜਿਹੜੇ ਮੇਰੇ ਮੁਖਾਲਫ ਲੋਕ ਸਨ ਉਹ ਵੇਖ ਲਓ ਅੱਜ ਉਹਨਾਂ ਨੇ 92 ਕਰੋੜ ਰੁਪਏ ਦੀ ਜ਼ਮੀਨ ਆਪਣੀ ਵੇਚੀ ਜਦੋਂ ਕਿ ਉਹਨਾਂ ਦੀ ਹੈਸੀਅਤ ਹੀ ਕੋਈ ਨਹੀਂ ਸੀ। ਤੇ ਅਸੀਂ ਜਨਾਬੇ ਵਾਲੀ ਹੈਂਡ ਟੂ ਮਾਊਥ ਹਾਂ। ਅੱਜ ਵੀ ਜਨਾਬੇ ਵਾਲੀ ਅਸੀਂ ਭੁੱਖ ਨਾਲ ਮਰਨੇ ਆ। ਯਕੀਨ ਕਰੋ, ਲਫ਼ਜ਼ ਦੇ ਕੇ ਕਿਹਾ ਜਾ ਸਕਦਾ ਵੀ ਗੁਜ਼ਾਰਾ ਨਹੀਂ ਹੁੰਦਾ। ਹਾਂ, ਜਿਹੜੀਆਂ ਤੁਹਾਡੀਆਂ ਮੁਖਾਲਫ ਯੂਨੀਅਨ ਸੀ, ਮੈਂ ਕਈਆਂ ਲੋਕਾਂ ਨੂੰ ਜਾਣਦਾ ਜਿਹਨਾਂ ਕਿ ਉਹ ਮੁਰੱਬਿਆਂ ਦੇ ਮਾਲਕ ਬਣ ਗਏ ਨੇ। ਹਾਂਜੀ।
ਤੇ ਤੁਸੀਂ ਨਹੀਂ ਆਪਣਾ ਸੋਚਿਆ, ਉਹਨਾਂ ਨੇ ਆਪਣੇ ਆਪ ਨੂੰ ਦੇਖਿਆ, ਤੁਸੀਂ ਸੋਸ਼ਲ ਵਰਕ ਹੀ ਕਰਦੇ ਰਹੇ ਸਾਰੀ ਜ਼ਿੰਦਗੀ। ਜਿਹੜੇ ਮਾਲਕਾਨ ਫੈਕਟਰੀ ਸਨ ਉਹ ਵੀ ਉਹਨਾਂ ਨੂੰ ਹੀ ਅੱਗੇ ਰੱਖਦੇ ਸਨ। ਜਿਹੜੇ ਤੇ ਮੁੱਖ ਮੁਕਾ ਹਾਂਜੀ, ਜਿਹੜੇ ਅਸੀਂ ਲੋਕ ਸਾਂ ਸਾਨੂੰ ਇਸੇ ਤਰ੍ਹਾਂ ਹੀ ਦਲੀਲੋ ਖਾਰ ਕੀਤਾ ਗਿਆ, ਔਰ ਅਸੀਂ ਵੈਸੇ ਵੀ ਇੱਥੇ ਹੀ ਗਰੀਬਾਂ 'ਚ ਹੀ ਮਰ ਜਾਣਾ ਪਸੰਦ ਕਰਦੇ ਹਾਂ। ਸਹੀ। ਤੇ ਇਹ ਜਿਹੜਾ ਤੁਸੀਂ ਦੱਸਿਆ ਲਾਈਨਰ, ਇਹ ਜਿਹੜੀ 올ਡ ਏਜ ਦੇ ਵਿੱਚ ਇਹ ਤਾਂ ਪਿਓਰ ਇੱਕ ਫਲਾਈ ਤਨਜ਼ੀਮ ਆ। ਉਹ ਬੰਦੇ ਜਿਹੜੇ ਰਿਟਾਇਰਡ ਹੋ ਗਏ ਨੇ, ਜਿਨ੍ਹਾਂ ਨੂੰ ਪੁੱਛਦਾ ਕੋਈ ਨਹੀਂ, ਜਿਨ੍ਹਾਂ ਦਾ ਪੁਰਸਾਨੇ ਹਾਲ ਕੋਈ ਨਹੀਂ, ਅਸਾਂ ਬੈਠ ਕੇ ਫੈਸਲਾ ਕੀਤਾ ਵੀ ਚਲੋ ਯਾਰ ਇਹਨਾਂ ਦਾ ਵੀ ਕੋਈ ਨੁਮਾਇੰਦਾ ਤਨਜ਼ੀਮ ਹੋਣੀ ਚਾਹੀਦੀ ਹੈ। ਔਰ ਅਸੀਂ 2014 ਦੇ ਵਿੱਚ ਇਹ ਤਨਜ਼ੀਮ ਆਪਣੀ ਸ਼ੁਰੂ ਕੀਤੀ, ਜਿਹਦੇ ਵਿੱਚ ਮਤਲਬ ਅਸੀਂ ਬਹੁਤ ਹੱਦ ਤੱਕ ਕਾਮਯਾਬ ਹੋਏ। ਅਸੀਂ ਇੱਥੇ ਉਦੋਂ ਪੈਨਸ਼ਨ 3600 ਰੁਪਈਆ ਸੀ, ਅਸੀਂ ਉਹਨੂੰ 5250 ਕਰਾਇਆ, 6500 ਕਰਾਇਆ, 8250 ਕਰਾਇਆ, 8600 ਕਰਾਇਆ, ਅੱਜ ਜਨਾਬ 10,000 ਹੈ। ਲੇਕਿਨ ਤੁਸੀਂ ਇਮਾਨਦਾਰੀ ਨਾਲ ਤਜਜ਼ੀਆ ਕਰ ਲਓ ਕਿ ਕੋਈ ਕਿਚਨ ਨਹੀਂ ਚੱਲਦਾ, ਕਿਚਨ ਨਹੀਂ ਚੱਲਦਾ, ਭੁੱਖ ਹੀ ਸਾਰੀ ਜ਼ਿੰਦਗੀ ਕੱਟ ਚੜੀ ਹੈ। ਤੇ ਹੁਣ ਬੁਢਾਪੇ ਦੇ ਵਿੱਚ ਵੀ ਕੋਈ ਸਹਾਰਾ ਕੋਈ ਨਹੀਂ, ਐਸੇ ਤਰ੍ਹਾਂ ਹੀ ਜ਼ਿੰਦਗੀ ਬਸਰ ਹੋ ਰਹੀ ਹੈ। ਸੋ ਸਰ ਮੇਰੇ ਨੌਲੇਜ ਦੇ ਮੁਤਾਬਿਕ ਤੁਸੀਂ ਬੜੇ ਇੱਕ ਦਬਾਗ ਇਨਸਾਨ ਸੀ ਜੀ। ਦਬਾਂਗ, ਕਿਸੇ ਕੋਲ ਡਰਦੇ ਨਹੀਂ ਸੀ, ਜੀ। ਜਿੱਥੇ ਮਰਜ਼ੀ ਅੜ ਜਾਂਦੇ ਸੀ ਜੀ, ਐਸਾ ਹੀ ਹੈ। ਹਾਂਜੀ, ਸਾਰੀ ਜ਼ਿੰਦਗੀ ਜੀ ਔਖੇ ਹੋ ਕੇ ਮੈਂ ਇਕੱਲਾ ਤੇ ਨਹੀਂ ਔਖਾ, ਮੈਂ ਹੀ ਇਕੱਲਾ ਤੇ ਨਹੀਂ ਔਖਾ, ਹੋਰ ਵੀ ਲੋਕੀ ਔਖੇ ਨੇ, ਇੱਥੇ ਬਹੁਤੇ ਲੋਕੀ ਔਖੇ ਨੇ ਤੇ ਟਾਵੇਂ ਸੌਖੇ ਨੇ। ਹਾਂਜੀ ਚੋਈ ਸਾਹਿਬ ਸਰ ਸ਼ਾਇਰ ਵੀ ਨੇ, ਇਹਨਾਂ ਦੇ ਅਸੀਂ ਕਲਾਮ ਤੋਂ ਵੀ ਮਹਿਜ਼ੂਜ਼ ਹੋਵਾਂਗੇ। ਗਾਏ ਬਗਾਏ ਤੁਹਾਨੂੰ ਆਪਣੀਆਂ ਸ਼ਾਇਰੀ ਦੀਆਂ ਨਜ਼ਮਾਂ ਰੁਬਾਈਆਂ ਸੁਣਾਉਂਦੇ ਰਹਿਣਗੇ, ਅਸੀਂ ਉਹਦੇ ਤੋਂ ਵੀ ਨਾਲ ਇੰਜੋਏ ਕਰਾਂਗੇ। ਤੇ ਸ਼ਾਇਰੀ ਦਾ ਸ਼ੌਕ ਕਦੋਂ ਹੋਇਆ ਤੁਹਾਨੂੰ ਜ਼ਿੰਦਗੀ ਦੇ ਵਿੱਚ, ਕਿ ਸ਼ੁਰੂ ਤੋਂ ਬੇਸਿਕਲੀ ਸੀ, ਜੀਨਸ 'ਚ ਸੀ? ਨਹੀਂ ਜੀ, ਜਿਸ ਵਕਤ ਮੈਂ ਟ੍ਰੇਡ ਯੂਨੀਅਨ 'ਚ ਗਿਆ ਤੇ ਉਹ ਵੇਖਿਆ ਨਾ, ਮਤਲਬ ਜਿਹੜੀ ਖੋਹ ਦੀ ਖੋਹ ਖੰਜ ਹੋ ਰਿਹਾ ਸੀ, ਜਾਂ ਜਨਾਬੇ ਵਾਲੀ ਜਿਹੜਾ ਇਸਤਿਸਾਲ ਹੋ ਰਿਹਾ ਸੀ ਗਰੀਬ ਦਾ, ਉਹਦੇ ਉੱਤੇ ਜਨਾਬੇ ਵਾਲੀ ਜਦੋਂ ਜ਼ਿੰਦਗੀ ਦੀਆਂ ਮਜਬੂਰੀਆਂ ਨਾਲ ਇੱਕ ਮੈਂ ਗੁਜ਼ਾਰਿਸ਼ ਕਰਦਾ ਜਾਵਾਂ ਜੀ, ਜਿਹੜੇ ਬੰਦੇ ਨੂੰ ਜ਼ਿੰਦਗੀ ਦੀਆਂ ਮਜਬੂਰੀਆਂ ਨਾਲ ਵਾਹ ਪੈਂਦਾ ਹੈ ਨਾ, ਉਹ ਸਿਆਸਤ ਜ਼ਰੂਰ ਕਰਦਾ ਹੈ। ਸਹੀ। ਤੇ ਮੈਨੂੰ ਵੀ ਜ਼ਿੰਦਗੀ ਦੀਆਂ ਮਜਬੂਰੀਆਂ ਨੇ ਇਸ ਖਾਤੇ ਦੇ ਵਿੱਚ ਲਿਆ ਕੇ ਸੁੱਟ ਦਿੱਤਾ ਕਿ ਮੈਂ ਸਿਆਸਤ ਕਰਨੀ ਸ਼ੁਰੂ ਕਰ ਦਿੱਤੀ। ਔਰ ਜਨਾਬ ਉਸ ਤੋਂ ਬਾਅਦ ਜਦੋਂ ਮੈਨੂੰ ਹੋਰ ਔਖਾ ਹੋਇਆ ਤੇ ਮੈਂ ਕੁਝ ਆਪਣਾ ਆਪ ਦੱਸਣ ਵਾਸਤੇ ਮੈਂ ਜਨਾਬੇ ਵਾਲੀ ਕੁਝ ਨਾ ਕੁਝ ਲਿਖਣਾ ਸ਼ੁਰੂ ਕੀਤਾ। ਔਖਾ ਕੰਮ ਸੀ, ਲੇਕਿਨ ਕੁਝ ਲੋਕਾਂ ਨੇ ਮੇਰੇ ਨੋਕ ਪਲਕ ਸਵਾਰੀ ਤੇ ਮੈਂ ਕੋਸ਼ਿਸ਼ ਕਰਕੇ ਬਿਹਤਰੀ ਦੀ ਤਰਫ ਚਲੇ ਗਿਆ। ਅੱਜ 186 ਨਜ਼ਮਾਂ ਦਾ ਮਜਮੂਆ ਇਹ ਤੁਹਾਡੇ ਸਾਹਮਣੇ ਪਿਆ ਹੈ। ਜ਼ਬਰਦਸਤ। ਮੇਰੇ ਕੋਲ ਇੰਨੇ ਵਸਾਇਲ ਨਹੀਂ ਕਿ ਮੈਂ ਇਹਨਾਂ ਨੂੰ ਛੁਪਵਾ ਸਕਾਂ। ਕੋਈ ਨਹੀਂ ਚੋਈ ਸਾਹਿਬ, ਇਹ ਵੀ ਛਪ ਜਾਏਗੀ ਇਨਸ਼ਾਅੱਲਾ। ਜੇ ਤੁਹਾਡੀ ਸੋਚ ਹੈ ਤੇ ਇਹ ਵੀ ਛਪ ਜਾਏਗੀ ਫਿਊਚਰ 'ਚ, ਕੋਈ ਮਸਲਾ ਨਹੀਂ ਹੈ। ਤੁਸੀਂ ਆਪਣਾ ਇਹਨੂੰ ਜਾਰੀ ਰੱਖੋ। ਦੂਸਰਾ ਚੋਈ ਸਾਹਿਬ, ਅਸਲ 'ਚ ਜਿਹੜੀ ਇਹ ਸੋਸ਼ਲ ਵਰਕ ਸੀ, ਮੈਨੂੰ ਲੱਗਦਾ ਉਹੀ ਤੁਸੀਂ ਆਪਣਾ ਸ਼ਾਇਰੀ ਦੇ ਵਿੱਚ ਉਹੀ ਲਫ਼ਜ਼ਾਂ 'ਚ ਬਿਆਨ ਕਰ ਲਿਆ। ਬਿਲਕੁਲ। ਜਿਹੜਾ ਲੋਕ ਦੀ ਆਵਾਮ ਦੀ ਖਿਦਮਤ ਸੀ, ਜਾਂ ਕਿਸੇ ਨਾਲ ਕੋਈ ਗਿਲਾ ਸੀ, ਸ਼ਿਕਵਾ ਸੀ, ਜ਼ਿੰਦਗੀ 'ਚ ਗਿਲੇ ਸ਼ਿਕਵੇ ਕਿੱਥੇ ਰਹੇ ਨੇ? ਕਿਹੜੇ ਬੰਦੇ ਨੇ ਤੁਹਾਡਾ ਧਰੋਹ ਕੀਤੀ? ਕਿੱਥੇ ਤੁਹਾਨੂੰ ਕੋਈ ਗਿਲਾ ਸ਼ਿਕਵਾ ਲੱਗਾ ਕਿ ਯਾਰ ਇੰਝ ਨਹੀਂ, ਮੈਂ ਇਹਦੇ ਨਾਲ ਇਸ ਤਰ੍ਹਾਂ ਕੀਤਾ, ਇਹਨੂੰ ਕੋਈ ਗਿਲਾ ਸ਼ਿਕਵਾ? ਅਸੀਂ ਮਤਲਬ ਜਿਸ ਵਕਤ ਹਾਲਾਤ ਮੈਂ ਤੁਹਾਨੂੰ ਦੱਸਿਆ ਵੀ ਇਸ ਤਰ੍ਹਾਂ ਜ਼ਿੰਦਗੀ ਦੀਆਂ ਮਜਬੂਰੀਆਂ ਨੇ ਮਜਬੂਰ ਕੀਤਾ ਤੇ ਅਸੀਂ ਲਿਖਣਾ ਸ਼ੁਰੂ ਕਰ ਦਿੱਤਾ। ਤੇ ਉਹਦੇ ਵਿੱਚ ਹਬੀਬ ਜਾਲਬ ਮੇਰੇ ਨਾਲ ਹੁੰਦੇ ਸਨ। ਉਹ ਬਹੁਤ ਅੱਛੇ ਸ਼ਾਇਰ ਸਨ। ਸ਼ਫੀਕ ਅਹਿਮਦ ਸ਼ਫੀਕ ਸੀ ਜੀ। ਇਹ ਸਾਰੇ ਲੋਕ ਜਨਾਬੇ ਵਾਲੀ ਸਾਡੇ ਨਾਲ। ਇਹ ਇੱਕ ਲਾਹੌਰੀ ਸਾਹਿਬ ਸਨ, ਸਾਈਂ ਅਖਤਰ ਲਾਹੌਰੀ ਸਾਹਿਬ, ਜਿਨ੍ਹਾਂ ਦੀ ਅੱਲਾ ਮੀਆਂ ਥੱਲੇ ਆ ਆਪਣੀ ਦੁਨੀਆ ਵਹਿੰਦਾ ਜਾ ਨਜ਼ਮ ਬੜੀ ਮਸ਼ਹੂਰ ਹੈ। ਸਹੀ। ਇਹ ਸਾਰੇ ਲੋਕ ਅਸੀਂ ਇਕੱਠੇ ਪੜ੍ਹਦੇ ਲਿਖਦੇ ਹੁੰਦੇ ਸਾਂ ਔਰ ਜਲਸਿਆਂ ਦੇ ਵਿੱਚ ਪੜ੍ਹਦੇ ਹੁੰਦੇ ਸਾਂ। ਖਾਸ ਤੌਰ 'ਤੇ ਜਿਹੜੇ ਬਾਏਂ ਬਾਜ਼ੂ ਦੀਆਂ ਜਿੰਨੀਆਂ ਪਾਰਟੀਆਂ ਸਨ, ਉਹਨਾਂ ਸਾਨੂੰ ਖਾਸਾ ਇਸਤੇਮਾਲ ਕੀਤਾ ਔਰ ਅਸੀਂ ਉਹਨਾਂ ਦੇ ਵਾਸਤੇ ਬਹੁਤ ਕੁਝ ਕੀਤਾ, ਤਗੋ-ਦੋ ਕੀਤੀ। ਇਹ ਜਿਹੜੀ ਇਹ ਨਾ ਮਤਲਬ ਜ਼ਿਆਦਾ ਇਹਨਾਂ ਨੇ ਸਾਨੂੰ ਅੱਗੇ ਵਧਾ ਕੇ ਤੇ ਕੋਸ਼ਿਸ਼ ਕੀਤੀ ਇਹਨਾਂ ਨੇ, ਔਰ ਅਸੀਂ ਇਹਨਾਂ ਦੇ ਵਾਸਤੇ ਇਸਤੇਮਾਲ ਵੀ ਹੋਏ। ਲੇਕਿਨ ਸਾਨੂੰ ਕਿਸੇ ਨੇ ਉਸ ਹੱਦ ਤੱਕ ਜਿਸ ਵਕਤ ਮਤਲਬ ਸਾਡੀ ਬੇੜੀ ਡੁੱਬੀ ਹੈ, ਕਿਸੇ ਨੇ ਸਾਨੂੰ ਸਹਾਰਾ ਨਹੀਂ ਦਿੱਤਾ। ਤੇ ਜਿਹੜੀ ਜ਼ਿੰਦਗੀ ਗੁਜ਼ਰ ਗਈ ਹੈ, ਜਿਹੜੀ ਗੁਜ਼ਰ ਰਹੀ ਹੈ, ਮੁਤਮਿਨ? ਹਾਂਜੀ, ਸ਼ੁਕਰ ਹੈ ਅੱਲਾ ਦਾ, ਮੈਂ ਬਹੁਤ ਮੁਤਮਿਨ ਆਪਣੀ ਜ਼ਿੰਦਗੀ। ਐਸਾ ਤਾਂ ਨਹੀਂ ਜ਼ਿੰਦਗੀ 'ਚ ਕਿਤੇ ਡੰਡੀ ਤੇ ਨਹੀਂ ਵੱਜੀ?
ਡੰਡੀ ਸਾਰੀ ਜ਼ਿੰਦਗੀ ਵੱਜੀ ਹੈ ਜੀ। ਲੇਕਿਨ ਅਸੀਂ ਜਨਾਬੇ ਵਾਲੀ ਮੈਂ ਆਪਣੀ ਜ਼ਿੰਦਗੀ ਤੇ ਮੁਤਮਿਨ ਹਾਂ। ਮੇਰੀ ਔਲਾਦ ਹੈ ਜੀ ਜਵਾਨ, ਉਹ ਆਪਣੇ ਆਪਣੇ ਕੰਮ ਕਰਦੀ ਏ ਔਰ ਮੈਨੂੰ ਕਿਸੇ ਤੇ ਗਿਲਾ ਨਹੀਂ। ਲੇਕਿਨ ਇੱਕ ਬੇਟੇ ਤੋਂ ਇਲਾਵਾ ਮੇਰਾ ਕਿਸੇ ਨੇ ਜ਼ਿਆਦਾ ਸਾਥ ਨਹੀਂ ਕੀਤਾ। ਅਫਸੋਸ ਹੁੰਦਾ। ਸਹੀ। ਤੇ ਹੋਰ ਕੋਈ ਮਜ਼ੀਦ ਕੋਈ ਖਾਹਿਸ਼ ਜਿਹੜੀ ਦਿਲ ਦੇ ਵਿੱਚ ਦਰੀਨਾ ਖਾਹਿਸ਼ ਹੋਵੇ ਜਿਹੜੀ ਕਿ ਬੰਦਾ ਸ਼ਾਇਰੀ? ਵੇਖੋ ਜੀ, ਮੈਂ ਤੁਹਾਨੂੰ ਦੱਸਿਆ ਕਿ ਮੈਂ ਬਹੁਤ ਕੁਝ ਲਿਖਿਆ ਹੈ। ਜਿਸ ਤਰ੍ਹਾਂ ਦੁਨੀਆ ਰੰਗ ਬਰੰਗੀ, ਚੱਲ ਇਮਰਾਨ ਦੇ ਨਾਲ ਸੋਹਣਿਆ, ਚੱਲ ਇਮਰਾਨ ਦੇ ਨਾਲ। ਅੱਲਾਹ ਤਾਲਾ ਦੇ ਨਾਲ ਵੀ ਮੈਂ ਸ਼ਿਕਵਾ ਵੀ ਕੀਤਾ ਹੈ ਜਾਂ ਮੈਂ ਉਹਨਾਂ ਦੇ ਮੁਤਲਕ ਵੀ ਕਿਹਾ ਹੈ। ਜ਼ਿੰਦਗੀ ਦੀਆਂ ਕਿਸੇ ਵੀ ਦੁੱਖ ਦੀ ਗੱਲ ਨੂੰ ਮੈਂ ਜ਼ਰੂਰ ਆਪਣੀ ਸ਼ਾਇਰੀ ਦੇ ਵਿੱਚ ਲਿਆ ਹੈ। ਜਿਹੜੀਆਂ ਕੋਈ ਸੁਣਾਓ ਆਪਣੀ ਜਿਹੜੀ ਤੁਹਾਡੀ ਸਭ ਤੋਂ ਜ਼ਿਆਦਾ ਤੁਹਾਨੂੰ ਪਸੰਦ ਹੈ, ਮੌਜੂਦਾ ਦੌਰ ਦੀ ਕਹਿ ਲਓ ਜਾਂ ਪਹਿਲੇ ਪ੍ਰੀਵੀਅਸ ਕੋਈ ਸੁਣਾਓ, ਪੁਰਾਣੀ ਕੋਈ ਜਿਹੜੀ ਤੁਸੀਂ ਬੜੇ ਮੁਤਮਿਨ ਹੈ ਕਿ ਇਹ ਬੜਾ ਅੱਛਾ ਮੇਰਾ ਕਲਾਮ ਹੈ। ਜੰਮਦਿਆਂ ਸੱਧਰਾਂ ਮਰ ਗਈਆਂ ਨੇ, ਜੰਮਦਿਆਂ ਸੱਧਰਾਂ ਮਰ ਗਈਆਂ ਨੇ, ਵੱਖਰਿਆਂ ਜੱਗ ਤੋਂ ਕਰ ਗਈਆਂ ਨੇ। ਚੌਧਰੀ ਪੁੱਤ ਵਲਾਇਤ ਘੱਲਿਆ, ਉਹਦੀਆਂ ਕੁਲਾਂ ਤਰ ਗਈਆਂ ਨੇ। ਮੈਂ ਸਾਂ ਟਾਟ ਸਕੂਲੇ ਪੜ੍ਹਿਆ, ਮੇਰੀਆਂ ਸੰਦਾਂ ਸੜ ਗਈਆਂ ਨੇ। ਮੈਨੂੰ ਕੰਮੀ ਉਹਨੂੰ ਬਰਿਸਟਰ, ਮਹਿੰਗ ਕਿਤਾਬਾਂ ਕਰ ਗਈਆਂ ਨੇ। ਮੈਨੂੰ ਮੇਰੀਆਂ ਇੰਜ ਦੀਆਂ ਸੋਚਾਂ ਜੰਮਦਿਆਂ ਬੁੱਢਿਆਂ ਕਰ ਗਈਆਂ ਨੇ। ਜੰਮਦਿਆਂ ਸੱਧਰਾਂ ਮਰ ਗਈਆਂ ਨੇ। ਨਾਲ ਦਵੇਂ ਦੇ ਪਿਓ ਮੋਇਆ ਸੀ, ਮੇਰੇ ਅੱਗੇ ਉਹ ਰੋਇਆ ਸੀ। ਮੇਰੇ ਬਾਅਦ ਇਹ ਧੀ ਨਮਾਣੀ, ਪੁੱਤਰਾ ਤੈਨੂੰ ਪੈਣੀ ਵਿਆਹਣੀ। ਮੇਰੇ ਵਾਂਗ ਕਈ ਤੂੰ ਵਾਣੀ, ਤੇਰੀ ਜਵਾਨੀ ਹੜਦਾ ਪਾਣੀ। ਤੂੰ ਕਾਮਾਂ ਤੇ ਗੁਲਾਮ ਤੋਂ ਗਾਮਾ, ਤੇਰੀ ਸਫੀਆ ਸਫੀ ਸਦਾਣੀ। ਟਾਟ ਮਸਲਿਆਂ ਜੇ ਨਾ ਪੜ੍ਹਦੀ, ਵਜ਼ੀਰ ਆਜ਼ਮ ਸੀ ਤੇਰੀ ਸਵਾਣੀ। ਹੱਥ ਦੀਆਂ ਲੀਕਾਂ ਮੁੜ ਗਈਆਂ ਨੇ, ਜੰਮਦਿਆਂ ਸੱਧਰਾਂ ਮਰ ਗਈਆਂ ਨੇ। ਕਲਮਾਂ ਵਾਲੇ ਹੱਥ 'ਚ ਸਿਗਰਟ, ਚਾਰ ਚੁਫੇਰੇ ਗਮ ਦੇ ਝੁਰਮਟ। ਜੇਠ ਦੀ ਧੁੱਪ ਤੇ ਸਿਰ 'ਤੇ ਸੂਰਜ, ਸ਼ਹਿਰੀ ਬਾਬੂਆਂ ਪਾਏ ਹੈਲਮਟ। ਪਿੰਡ ਵਿੱਚ ਨਾ ਕੋਈ ਟਿਊਸ਼ਨ ਸੈਂਟਰ, ਸ਼ਹਿਰੀ ਮੈਟ੍ਰਿਕ ਇੰਟਰਮੀਡੀਏਟ। ਵੇਖ ਕੇ ਅੱਖਾਂ ਭਰ ਗਈਆਂ ਨੇ, ਜੁੱਸਾ ਜਲ ਥਲ ਕਰ ਗਈਆਂ ਨੇ। ਨਵੀਆਂ ਸੋਚਾਂ ਸੋਚੋ ਲੋਕੋ, ਅਕਲਾਂ ਕਿਹੜੇ ਘਰ ਗਈਆਂ ਨੇ। ਜੰਮਦਿਆਂ ਸੱਧਰਾਂ ਮਰ ਗਈਆਂ ਨੇ, ਵੱਖਰਿਆਂ ਜੱਗ ਤੋਂ ਕਰ ਗਈਆਂ। ਕਿਆ ਬਾਤ, ਜ਼ਬਰਦਸਤ। ਤੇ ਮੌਜੂਦਾ ਦੌਰ ਅੱਜ ਕੱਲ੍ਹ ਕਿਹਨੂੰ ਸਪੋਰਟ ਕਰ ਰਹੇ ਹੋ ਤੁਸੀਂ? ਪਾਰਟੀ ਦੇ ਵਿੱਚ ਇਮਰਾਨ ਖਾਨ ਨੂੰ। ਕੋਈ ਲੀਡਰ ਤੁਹਾਨੂੰ ਜਿਹੜਾ ਤੁਹਾਨੂੰ ਪਸੰਦ ਹੋਵੇ ਮੌਜੂਦਾ ਦੌਰ ਦਾ? ਜਾਂ ਮੌਜੂਦਾ ਦੌਰ ਦੇ ਵਿੱਚ ਜੀ ਸਿਵਾਏ ਇਮਰਾਨ ਖਾਨ ਤੋਂ ਹੈ ਹੀ ਕੁਝ ਨਹੀਂ, ਐਵੇਂ ਮੁਕਾਬਲਾ ਹੀ ਕੋਈ ਨਹੀਂ ਰਹਿ ਗਿਆ। ਕੀ ਵਜ੍ਹਾ? ਉਹ ਕੀ ਕਹਿੰਦੇ ਆ ਕਿ शेख साहब मुकाबला कैसा, शेख साहब मुकाबला कैसा, हम सरी क्या शराब नोशों से, एक कसमत फरोश बेहतर है आप जैसे खुदा फरोशों से। इमरान खान के मुकाबले का इस वक्त कोई ना ही कोई नहीं, जिक्र ही कोई नहीं। कोई ਉਹਦੇ ਤੇ ਲਿਖੀ ਸ਼ਾਇਰੀ ਤੁਸੀਂ? हाँ जी, ਉਹਦੇ ਤੇ ਚੱਲ ਇਮਰਾਨ ਦੇ ਨਾਲ ਸੋਹਣਿਆ, ਚੱਲ ਇਮਰਾਨ ਦੇ ਨਾਲ। ਦੁੱਖਾਂ ਅੰਦਰ ਜਿੰਦੜੀ ਫਾਤੀ, ਦੁੱਖਾਂ ਅੰਦਰ ਜਿੰਦੜੀ ਫਾਤੀ, ਨਗਰੋ ਨਗਰੀ ਲੱਭੀਏ ਸਾਥੀ। ਆਓ ਰਲ ਮਿਲ ਸਾਰੇ ਦੁਖੀ, ਦੁੱਖਾਂ ਨੂੰ ਲਈਏ ਟਾਲ ਸੋਹਣਿਆ, ਚੱਲ ਇਮਰਾਨ ਦੇ ਨਾਲ। ਚੱਲ ਇਮਰਾਨ ਦੇ ਨਾਲ ਸੋਹਣਿਆ, ਚੱਲ ਇਮਰਾਨ ਦੇ ਨਾਲ। ਹਾਸੇ ਖੇਡਾਂ ਲੱਭਣ ਟੁਰੀਏ, ਹਾਸੇ ਖੇਡਾਂ ਲੱਭਣ ਟੁਰੀਏ। ਦੁੱਖ ਆਪਣੇ ਅਸੀਂ ਵੰਡਣ ਟੁਰੀਏ, ਇੱਕ ਦੂਜੇ ਨੂੰ ਗੰਢਣ ਟੁਰੀਏ। ਮੁੱਕਣ ਸਭ ਜੰਜਾਲ ਸੋਹਣਿਆ, ਚੱਲ ਇਮਰਾਨ ਦੇ ਨਾਲ। ਚੱਲ ਇਮਰਾਨ ਦੇ ਨਾਲ ਸੋਹਣਿਆ, ਚੱਲ ਇਮਰਾਨ ਦੇ ਨਾਲ। ਆਓ ਨਵੀਆਂ ਸੋਚਾਂ ਲੈ ਕੇ ਸਲਾਹ ਕਰੀਏ ਇਕੱਠਿਆਂ ਬਹਿ ਕੇ। ਇੱਕ ਦੂਜੇ ਦੇ ਦਿਲ ਵਿੱਚ ਰਹਿ ਕੇ ਲੱਜਾਂ ਲਈਏ ਭਾਲ ਸੋਹਣਿਆ, ਚੱਲ ਇਮਰਾਨ ਦੇ ਨਾਲ। ਚੱਲ ਇਮਰਾਨ ਦੇ ਨਾਲ ਸੋਹਣਿਆ, ਚੱਲ ਇਮਰਾਨ ਦੇ ਨਾਲ। ਸੋਹਣੀ ਅੱਜ ਤਦਬੀਰ ਬਣਾਈਏ, ਰੁੱਸੇ ਆਪਣੇ ਵੀਰ ਬਣਾਈਏ। ਸੋਹਣੀ ਅੱਜ ਤਦਬੀਰ ਬਣਾਈਏ, ਰੁੱਸੇ ਆਪਣੇ ਵੀਰ ਮਨਾਈਏ। ਇੱਕ ਦੂਜੇ ਦੇ ਕੰਮ ਵਿੱਚ ਆਈਏ, ਮੁੱਕਣ ਸਭ ਜੰਜਾਲ ਸੋਹਣਿਆ, ਚੱਲ ਇਮਰਾਨ ਦੇ ਨਾਲ। ਜ਼ੁਲਮ ਦੀ ਤੋੜ ਜ਼ੰਜੀਰ ਵਿਖਾਈਏ, ਡਿੱਗਦੇ ਲਈਏ ਸੰਭਾਲ ਸੋਹਣਿਆ, ਚੱਲ ਇਮਰਾਨ ਦੇ ਨਾਲ। ਚੱਲ ਇਮਰਾਨ ਦੇ ਨਾਲ ਸੋਹਣਿਆ, ਚੱਲ ਇਮਰਾਨ ਦੇ ਨਾਲ। ਦੂਰ ਦੂਰ ਨਾ ਰਹੀਏ ਖਲੋ, ਇੱਕ ਮਿੱਕ ਹੋ ਜਾਓ ਦਿਸਣ ਨਾ ਦੋ। ਜੱਗ ਤੇ ਕਰਨੀ ਅਸੀਂ ਲੋ, ਹੱਥੀਂ ਫੜ ਮਿਸਾਲ ਸੋਹਣਿਆ, ਚੱਲ ਇਮਰਾਨ ਦੇ ਨਾਲ। ਚੱਲ ਇਮਰਾਨ ਦੇ ਨਾਲ ਸੋਹਣਿਆ, ਚੱਲ ਇਮਰਾਨ ਦੇ ਨਾਲ। ਗਲੀ ਗਲੀ ਹਰ ਹਰ ਥਾਂ, ਧੁੱਪਾਂ ਹੋਣ ਜਾਂ ਫਿਰ ਛਾਂ,
ਕਾਂ ਕਾਂ ਲਾਈ ਹੋਵੇ ਕਾਂ, ਹੱਸਾਂ ਖੇਡਾਂ ਜਾਂ ਮੈਂ ਗਾਂ, ਮੈਂ ਇੱਕ ਦੁਨੀਆ ਨਵੀਂ ਵਸਾਂ, ਤੇਰੇ ਆਲ ਦਵਾਲ ਸੋਹਣਿਆ ਚੱਲ ਇਮਰਾਨ ਦੇ ਨਾਲ, ਚੱਲ ਇਮਰਾਨ ਦੇ ਨਾਲ ਸੋਹਣਿਆ, ਚੱਲ ਇਮਰਾਨ ਦੇ ਨਾਲ। ਤੋੜੀਏ ਰਸਮ ਰਿਵਾਜ ਸੋਹਣਿਆ, ਤੋੜੀਏ ਰਸਮ ਰਿਵਾਜ ਸੋਹਣਿਆ, ਬਦਲੀਏ ਇਹ ਸਮਾਜ ਸੋਹਣਿਆ, ਸਾਂਝਾ ਹੋਵੇ ਰਾਜ ਸੋਹਣਿਆ, ਸਭ ਨੂੰ ਮਿਲੇ ਇਲਾਜ ਸੋਹਣਿਆ, ਮਜ਼ਲੂਮਾਂ ਦੀ ਆਵਾਜ਼ ਸੋਹਣੀਏ ਸੋਹਣਿਆ, ਖੋਈਏ ਤਖਤ ਤੇ ਤਾਜ ਸੋਹਣਿਆ, ਖੋਈਏ ਤਖਤ ਤੇ ਤਾਜ ਸੋਹਣਿਆ, ਮੁੱਕ ਜਾਵਣ ਸਭ ਕਾਲ, ਚੱਲ ਇਮਰਾਨ ਦੇ ਨਾਲ ਸੋਹਣਿਆ, ਚੱਲ ਇਮਰਾਨ ਦੇ ਨਾਲ। ਜੀਣਾ ਸਾਡਾ ਹੋਇਆ ਆਜ਼ਾਬ ਸੱਜਣ, ਇੱਥੇ ਤੱਕ ਹੀ ਠੀਕ ਹੈ। ਜ਼ਬਰਦਸਤ, ਬਹੁਤ ਅੱਛਾ ਜੀ। ਇਮਰਾਨ ਖਾਨ ਦੇ ਨਾਲ ਲੱਗਦਾ ਤੁਹਾਨੂੰ ਕਿ ਇਮਰਾਨ ਖਾਨ ਨੂੰ ਛੱਡ ਦੇਣਗੇ? ਇਮਰਾਨ ਖਾਨ ਬਰੀ ਹੋ ਜਾਏਗਾ? ਇਮਰਾਨ ਖਾਨ ਦੁਬਾਰਾ ਆਏਗਾ? ਜੇ ਤੇ ਤੁਸੀਂ ਇਹ ਸੋਚਦੇ ਹੋਵੋ ਜਾਂ ਮੈਂ ਸੋਚਦਾ ਹਾਂ ਕਿ ਉਹਨਾਂ ਆਸਾਨੀ ਨਾਲ ਇਹ ਸਾਰਾ ਕੰਮ ਕਰ ਦੇਣਾ ਹੈ ਤੇ ਬਹੁਤ ਮੁਸ਼ਕਲ ਹੈ। ਕਿਸ ਤਰ੍ਹਾਂ ਮੁਮਕਿਨ ਬਣ ਸਕਦਾ? ਇਹ ਤੇ ਕੋਸ਼ਿਸ਼ ਕਰਕੇ, ਤਗੋ ਦੋ ਕਰਕੇ, ਜਿੱਦੋ ਜਹਿਦ ਕਰਕੇ ਹੀ ਅਸੀਂ ਕਾਮਯਾਬ ਹੋ ਸਕਨੇ ਆ, ਤੇ ਬਿਲਕੁਲ ਨਹੀਂ ਹੋਣਾ। ਉਹਨਾਂ ਨੇ ਮਾਰ ਛੱਡਣਾ ਇਮਰਾਨ ਖਾਨ। ਹੋਰ ਜਿਸ ਮਜ਼ਦੂਰਾਂ ਵਾਸਤੇ ਕੀ ਲਿਖਿਆ ਜੀ? ਮਜ਼ਦੂਰ ਤਬਕਾ ਜਿਹੜਾ ਜਿਹਦੇ ਵਾਸਤੇ ਤੁਸੀਂ ਸਾਰੀ ਉਮਰ ਆਪਣੀ ਗਾਲ ਛੱਡੀ ਹੈ, ਵਰਕ ਕਰ ਛੱਡੀ ਹੈ, ਗਾਲ ਤੇ ਨਹੀਂ ਮੈਂ ਕਹਾਂਗਾ, ਸਰਵ ਕਰ ਛੱਡਿਆ, ਖਿਦਮਤ ਕਰ ਛੱਡੀ ਹੈ। ਪਹਿਲੇ ਮੈਂ ਅੱਲਾ ਤੇ ਬੰਦੇ ਨੇ ਰੱਬ ਨੂੰ ਕਿਹਾ, ਇਹ ਮੈਂ ਦੱਸ ਦੇਵਾਂ ਫਿਰ ਮੈਂ ਸ਼ਿਕਵਾ? ਹਾਂਜੀ, ਰੱਬ ਨਾਲ ਸ਼ਿਕਵਾ ਕਰੋ। ਆਪਣਾ ਆਪ ਲੁਕਾ ਛੱਡਿਆ ਈ, ਆਪਣਾ ਆਪ ਲੁਕਾ ਛੱਡਿਆ ਈ, ਸਾਨੂੰ ਆਰੇ ਲਾ ਛੱਡਿਆ ਈ, ਆਪੇ ਲੱਭ ਲੋ ਮੈਨੂੰ ਕਹਿ ਕੇ ਪੈਂਡੇ ਸਾਨੂੰ ਪਾ ਛੱਡਿਆ ਈ, ਆਪੇ ਲੱਭ ਲੋ ਮੈਨੂੰ ਕਹਿ ਕੇ ਪੈਂਡੇ ਸਾਨੂੰ ਪਾ ਛੱਡਿਆ ਈ, ਇੱਕ ਤੇਥੋਂ ਪਿਆਰ ਸੀ ਮੰਗਿਆ ਲੰਮਾ ਹੀ ਲਾਰਾ ਲਾ ਛੱਡਿਆ ਈ, ਇੱਕ ਤੇਥੋਂ ਪਿਆਰ ਸੀ ਮੰਗਿਆ ਲੰਮਾ ਹੀ ਲਾਰਾ ਲਾ ਛੱਡਿਆ ਈ, ਜਿੰਨੇ ਐਨਲ ਹੱਕ ਦਾ ਨਾਰਾ ਲਾਇਆ ਸੂਲੀ ਤਨ ਚੜਾ ਛੱਡਿਆ ਈ, ਐਨਲ ਹੱਕ ਦਾ ਨਾਰਾ ਲਾਇਆ ਸੂਲੀ ਤਨ ਚੜਾ ਛੱਡਿਆ ਈ, ਖੁਦਗਰਜ਼ੀ ਦਾ ਚੋਗਾ ਰਾਹੀਂ ਜਿੰਨੇ ਵੀ ਤੈਨੂੰ ਲੱਭਣ ਦੀ ਕੋਸ਼ਿਸ਼ ਕੀਤੀ ਉਹਦੇ ਰਾਹ 'ਚ ਖੁਦਗਰਜ਼ੀ ਦੇ ਚੋਗੇ ਖਿਲਾਰ ਦਿੱਤੇ, ਖੁਦਗਰਜ਼ੀ ਦਾ ਚੋਗਾ ਰਾਹੀਂ ਕਿਹੜੇ ਕੰਮੀ ਲਾ ਛੱਡਿਆ ਈ, ਖੁਦਗਰਜ਼ੀ ਦਾ ਚੋਗਾ ਰਾਹੀਂ ਕਿਹੜੇ ਕੰਮੀ ਲਾ ਛੱਡਿਆ ਈ, ਇੱਥੇ ਲੋਕ ਹਕੂਕ ਨਹੀਂ ਦਿੰਦੇ ਕਿੰਨਾ ਕਰ ਗੁੰਮਰਾਹ ਛੱਡਿਆ ਈ, ਦੁਨੀਆ ਦੀ ਔਖ 'ਚ ਰਸ਼ੀਦ ਨੂੰ ਛੱਡ ਕੇ ਚੇਤਾ ਤੱਕ ਭੁਲਾ ਛੱਡਿਆ ਈ। ਤੇ ਬੰਦਾ ਬੰਦੇ ਨੂੰ ਕਹਿੰਦਾ, ਤੇ ਇਹਦੇ ਵੀ 2-4 ਸ਼ੇਰ ਸੁਣ ਲਓ। ਨਵਾਂ ਸਿਆਪਾ ਪਾ ਛੱਡਿਆ ਈ, ਹਸ਼ਰਾਂ ਤੀਕ ਟਰਕਾ ਛੱਡਿਆ ਈ, ਤੀਰਥ ਮੱਕਾ ਯਾਰ ਦੀ ਰਾਹ ਏ, ਰਾਵਾਂ ਵਿੱਚ ਬਿਠਾ ਛੱਡਿਆ ਈ, ਤੀਰਥ ਮੱਕਾ ਯਾਰ ਦੀ ਰਾਹ ਏ, ਰਾਵਾਂ ਵਿੱਚ ਬਿਠਾ ਛੱਡਿਆ ਈ, ਤੈਨੂੰ ਮਨਾਵਾਂ ਕਿ ਰੱਬ ਮਨਾਵਾਂ, ਤੈਨੂੰ ਮਨਾਵਾਂ ਕਿ ਰੱਬ ਮਨਾਵਾਂ, ਨਵਾਂ ਸਿਆਪਾ ਪਾ ਛੱਡਿਆ ਈ, ਤੈਨੂੰ ਮਨਾਵਾਂ ਕਿ ਰੱਬ ਮਨਾਵਾਂ, ਨਵਾਂ ਸਿਆਪਾ ਪਾ ਛੱਡਿਆ ਈ, ਅੱਜ ਵੀ ਪਿਆ ਤੂੰ ਜ਼ੁਲਮ ਏ ਕਰਦਾ, ਰੱਬ ਵੀ ਯਾਰ ਭੁਲਾ ਛੱਡਿਆ ਈ, ਅੱਜ ਵੀ ਪਿਆ ਤੂੰ ਜ਼ੁਲਮ ਏ ਕਰਦਾ, ਰੱਬ ਵੀ ਯਾਰ ਭੁਲਾ ਛੱਡਿਆ ਈ, ਰਸ਼ੀਦ ਨੂੰ ਹਾਂ ਜਾਂ ਨਾ ਕੀਤੀ, ਯਾਰੀ ਵਿੱਚ ਫਸਾ ਛੱਡਿਆ ਈ। ਵਾਹ, ਜ਼ਬਰਦਸਤ। ਉਹ ਤੁਸੀਂ ਕਹਿ ਰਹੇ ਸੀ ਕਿ ਮਤਲਬ ਮਜ਼ਦੂਰਾਂ ਵਾਸਤੇ? ਹਾਂਜੀ, ਹੱਕ ਮੰਗਣਗੇ ਜਦ ਇਨਸਾਨ ਅਸੀਂ ਵੀ ਵੇਖਾਂਗੇ। ਕਿਆ ਬਾਤ। ਹੱਕ ਮੰਗਣਗੇ ਜਦ ਇਨਸਾਨ ਅਸੀਂ ਵੀ ਵੇਖਾਂਗੇ, ਤੁਸੀਂ ਵੇਖਿਓ ਮੇਰੀ ਜਾਨ ਅਸੀਂ ਵੀ ਵੇਖਾਂਗੇ, ਗੱਲਾਂ ਸੱਚੀਆਂ ਮੂੰਹ 'ਤੇ ਆਉਣੀਆਂ ਨੇ, ਗੱਲਾਂ ਸੱਚੀਆਂ ਮੂੰਹ 'ਤੇ ਆਉਣੀਆਂ ਨੇ, ਡੱਕਣ ਕਦ ਤੱਕ ਲੋਕ ਜ਼ਬਾਨ ਅਸੀਂ ਵੀ ਵੇਖਾਂਗੇ, ਡੱਕਣ ਕਦ ਤੱਕ ਲੋਕ ਜ਼ਬਾਨ ਅਸੀਂ ਵੀ ਵੇਖਾਂਗੇ, ਡੱਕਾ ਜ਼ੁਲਮ ਨੂੰ ਮਜ਼ਲੂਮਾਂ ਲਾਵਣ ਜਦ ਟੁਰਨਾ ਏ, ਫਿਰ ਫੜਨੇ ਤੀਰ ਕਮਾਨ ਅਸੀਂ ਵੀ ਵੇਖਾਂਗੇ, ਫਿਰ ਫੜਨੇ ਤੀਰ ਕਮਾਨ ਅਸੀਂ ਵੀ ਵੇਖਾਂਗੇ, ਸਭ ਮਜ਼ਲੂਮ ਜਦ ਰਲ ਕੇ ਉੱਠਣਗੇ, ਜਦ ਰਲ ਡੱਕਣੇ ਤੂਫਾਨ ਅਸੀਂ ਵੀ ਵੇਖਾਂਗੇ, ਓਏ ਲੁੱਟੀ ਜਾਨਾ ਹੈ ਲੁੱਟੀ ਜਾਨਾ ਹੈ ਤੇਰਾ ਢਿੱਡ ਤੇ ਭਰਦਾ ਹੀ ਨਹੀਂ, ਲੁੱਟੀ ਜਾਨਾ ਹੈ ਲੁੱਟੀ ਜਾਨਾ ਹੈ ਤੇਰਾ ਢਿੱਡ ਤੇ ਭਰਦਾ ਨਹੀਂ, ਖੋਵਣ ਵਾਲਿਆਂ ਆਣਾ ਵਿੱਚ ਮੈਦਾਨ ਅਸੀਂ ਵੀ ਵੇਖਾਂਗੇ, ਤੇ ਸੁਰਖ ਝੰਡੇ ਦਾ ਰਾਜ ਜਿਸ ਦਿਨ ਆਵੇਗਾ, ਮੂੰਹ ਪਰ ਡਿੱਗਣੇ ਨੇ ਸੁਲਤਾਨ ਅਸੀਂ ਵੀ ਵੇਖਾਂਗੇ, ਜ਼ਬਰਦਸਤ। ਮੂੰਹ ਪਰ ਡਿੱਗਣੇ ਨੇ ਸੁਲਤਾਨ ਅਸੀਂ ਵੀ ਵੇਖਾਂਗੇ,
ਹਰ ਥਾਂ ਮੀਂਹ ਵਸੇਗਾ ਖੁਸ਼ਹਾਲੀ ਦਾ, ਹੋਸੀ ਹਰ ਚਿਹਰੇ ਤੇ ਮੁਸਕਾਨ ਅਸੀਂ ਵੀ ਵੇਖਾਂਗੇ। ਨਾ ਹੋਣਗੇ ਚਾਈਲਡ ਲੇਬਰ ਜੇ ਜਬਰ ਦੁਨੀਆ ਤੇ, ਨਾ ਹੋਣਗੇ ਚਾਈਲਡ ਲੇਬਰ ਜੇ ਜਬਰ ਦੁਨੀਆ ਤੇ, ਸਭ ਬੱਚੇ ਪੜ੍ਹਨ ਜਦ ਜਾਣ ਅਸੀਂ ਵੀ ਵੇਖਾਂਗੇ। ਸਭ ਬੱਚੇ ਪੜ੍ਹਨ ਜਦ ਜਾਣ ਅਸੀਂ ਵੀ ਵੇਖਾਂਗੇ। ਹਰ ਪਾਸੇ ਹੋਣਗੀਆਂ ਰਸ਼ੀਦ ਖੁਸ਼ੀਆਂ ਹੀ ਖੁਸ਼ੀਆਂ, ਹੱਸਣ ਖੇਡਣਗੇ ਇਨਸਾਨ ਅਸੀਂ ਵੀ ਵੇਖਾਂਗੇ। क्या ज़बरदस्त। 29 ਮਿੰਟ ਜੀ एक और कर लें। ਹੋਰ ਚ ਸ਼ਬ ਜਿਹੜੀ ਕੋਈ ਤੁਹਾਡੀ ਫੇਵਰਟ ਨਵੇਂ ਰਾਹ ਵਿਖਾ ਗਿਆ ਮੈਨੂੰ, ਨਵੇਂ ਰਾਹ ਵਿਖਾ ਗਿਆ ਮੈਨੂੰ, ਵਕਤਾਂ ਦੇ ਵਿੱਚ ਪਾ ਗਿਆ ਮੈਨੂੰ। ਓਪਰਾ ਓਪਰਾ ਲੱਗਦਾ ਸੀ ਉਹ, ਓਪਰਾ ਓਪਰਾ ਲੱਗਦਾ ਸੀ ਉਹ, ਤਾਈਓ ਹੀ ਆਰੇ ਲਾ ਗਿਆ ਮੈਨੂੰ, ਤਾਈਓ ਹੀ ਆਰੇ ਲਾ ਗਿਆ ਮੈਨੂੰ। ਮੈਂ ਸਾਂ ਉਹਦੇ ਪਿੱਛੇ ਪਿੱਛੇ, ਲੰਮੇ ਹੀ ਪੈਂਡੇ ਪਾ ਗਿਆ ਮੈਨੂੰ, ਲੰਮੇ ਪੈਂਡੇ ਪਾ ਗਿਆ ਮੈਨੂੰ। ਕਾਲੀਆਂ ਅੱਖਾਂ ਗਲ ਵਿੱਚ ਗਾਨੀ, ਸੋਹਣਾ ਰੂਪ ਵਿਖਾ ਗਿਆ ਮੈਨੂੰ। ਵਿੱਚ ਸ਼ਰੀਕਾਂ ਕਿੰਜ ਵਸੀ ਦਾ, ਜੀਣ ਦੀ ਜਾਚ ਸਿਖਾ ਗਿਆ ਮੈਨੂੰ। ਰਸ਼ੀਦ ਨਹੀਂ ਸੀ ਵਿੱਚ ਸ਼ੁਮਾਰ, ਗਿਣਤੀ ਦੇ ਵਿੱਚ ਪਾ ਗਿਆ ਮੈਨੂੰ। क्या ज़बरदस्त। और जैसे कोई नात भी लिखी थी जिस नहीं ਨਹੀਂ ਜੀ। आप बीतियाँ लिखते रहे हो दुनियादारी। ਹਾਂਜੀ। सही। ਤੇ ਹੋਰ ਕੋਈ ਤੁਹਾਡੀ ਕੋਈ ਫੇਵਰਟ ਜਿਹੜੀ ਤੁਹਾਨੂੰ ਬਹੁਤ ਹੀ ਪਸੰਦ ਹੋਵੇ? ਵੇਖੋ ਜੀ, ਜਿਹੜੀ ਵੀ ਇਹ ਸ਼ੁਰੂ ਕਰਾਂਗੇ ਨਾ ਉਹ ਫੇਵਰੇਟ ਹੀ ਹੁੰਦੀ ਏ, ਲੇਕਿਨ ਜਦੋਂ ਵੀ ਜਿਹਨੂੰ ਵੀ ਪਕੜ ਲਓ ਉਹ ਹੀ ਜਨਾਬੇ ਵਾਲੀ ਅੱਛੀ, ਅੱਛੀ ਤੋਂ ਅੱਛੀ। ਆਜਾ ਕਿਸੇ ਪਾਜੋ ਯਾਰਾ, ਆਜਾ ਕਿਸੇ ਪਾਜੋ ਯਾਰਾ, ਮੇਰੇ ਕੱਜਣੇ ਕਾਜੋ ਯਾਰਾ, ਜ਼ੁਲਮ ਨੂੰ ਮਿਟਾਉਣ ਲਈ ਸੀਨੇ ਦੇ ਵਿੱਚ ਵਾਜੋ ਯਾਰਾ, ਜ਼ੁਲਮ ਨੂੰ ਮਿਟਾਉਣ ਲਈ ਸੀਨੇ ਦੇ ਵਿੱਚ ਵਾਜੋ ਯਾਰਾ। ਹਾਕਮ ਭਾਵੇਂ ਜਾਬਰ ਨੇ, ਰੱਖ ਲੈ ਮੇਰੀ ਲਾਜੋ ਯਾਰਾ। ਜੇ ਵਿਆਹਣੀ ਹੀਰ ਵੇਲੇ ਦੀ, ਜੇ ਵਿਆਹਣੀ ਹੀਰ ਵੇਲੇ ਦੀ, ਵਿੱਚ ਮੈਦਾਨੇ ਗਾਜੋ ਯਾਰਾ। ਰਸ਼ੀਦ ਨੂੰ ਜਦ ਮੈਦਾਨ, ਰਸ਼ੀਦ ਤੂੰ ਜਦ ਮੈਦਾਨੇ ਵੜਨਾ ਹੈ, ਵੈਰੀ ਜਾਣਗੇ ਭਾਜੋ ਯਾਰਾ। ਵਾਹ ਜੀ ਵਾਹ, ਚੈਲੰਜ ਕਰ ਜ਼ਬਰਦਸਤ। ਚੋ ਸਭ ਕੋਈ ਦੁਨੀਆ ਨੂੰ ਮੈਸੇਜ ਦੇਣਾ ਚਾਹੋਗੇ? ਕੋਈ ਜਿਹੜਾ ਆਪਣੀ ਜ਼ਿੰਦਗੀ ਦਾ ਐਕਸਪੀਰੀਅੰਸ ਜੇ ਤੁਸੀਂ ਸਿੱਖਿਆ ਕੋਈ ਦੁਨੀਆਦਾਰੀ ਵਾਸਤੇ, ਕੋਈ ਆਪਣੇ ਫਾਲੋਅਰ ਨੂੰ ਕੋਈ ਮੈਸੇਜ ਦੇਣਾ ਚਾਹੋਗੇ? ਕੋਈ ਲਾਹਾ ਅਮਲ? ਬਸ ਇਸੇ ਤਰ੍ਹਾਂ ਹੀ ਹੈ ਜੀ ਕਿ ਸਾਰੀ ਜ਼ਿੰਦਗੀ ਅਸਾਂ ਇਸ ਤਰ੍ਹਾਂ ਕੀਤਾ ਹੈ, ਜਦੋਂ ਜਹਿਦ ਦੇ ਵਿੱਚ ਗੁਜ਼ਾਰ ਛੱਡੀਏ। ਤੇ ਅੱਜ ਵੀ ਜੇ ਤੁਸੀਂ ਇਸ ਸਮਾਜ ਨੂੰ ਬਦਲਣਾ ਹੈ, ਜੇ ਤੁਸੀਂ ਇਸ ਸਮਾਜ ਦੇ ਵਿੱਚ ਕੋਈ ਬਦਲਾਅ ਲਿਆਉਣਾ ਹੈ, ਇਸ ਸਮਾਜ ਦੇ ਵਿੱਚ ਕੋਈ ਤਰੱਕੀ ਕਰਨੀ ਹੈ, ਆਪਣੇ ਬੱਚਿਆਂ ਦਾ ਜੇ ਤੁਸੀਂ ਮੁਸਤਕਬਲ ਬਣਾਉਣਾ ਹੈ, ਤੇ ਜਨਾਬੇ ਵਾਲੀ ਮੈਦਾਨ ਦੇ ਵਿੱਚ ਕੁੱਦੋ ਔਰ ਜਿਹੜੇ ਜਿੱਦੋ ਜਹਿਦ ਦੇ ਵਿੱਚ ਸ਼ਾਮਲ ਹੋ ਜਾਓ। ਤੁਸੀਂ ਰਲ ਸਕੇ ਸਾਰੇ ਜਦੋਂ ਟੁਰੋਗੇ, ਇਨਸ਼ਾਅੱਲਾ ਫਤਹ ਤੁਹਾਡੀ ਹੋਏਗੀ। ਬਹੁਤ ਮਿਹਰਬਾਨੀ ਚੋਈ ਸਾਹਿਬ, ਤੁਸੀਂ ਅੱਜ ਸਾਨੂੰ ਆਪਣੇ ਕੀਮਤੀ ਵਕਤ 'ਚੋਂ ਟਾਈਮ ਦਿੱਤਾ। ਬੜੀ ਬਹੁਤ ਹੀ ਮੁਹੱਬਤ ਦਾ ਸ਼ੁਕਰੀਆ। ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਜਨਾਬ ਕਿ ਤੁਸੀਂ ਇੱਕ ਛੋਟੀ ਪਰਤ ਦੇ ਬੰਦੇ ਨੂੰ ਮੌਕਾ ਦਿੱਤਾ ਹੈ ਟੀਵੀ ਦੇ ਉੱਤੇ ਆਉਣ ਦਾ। ਮੈਂ ਤੁਹਾਡਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ। ਅੱਲਾਹ ਤੁਹਾਨੂੰ ਜਜ਼ਾ ਦੇਵੇ। ਛੋਟੀ ਪਰਤ ਦੇ ਨਹੀਂ, ਤੁਸੀਂ ਤੇ ਬੜੇ ਮਾਸ਼ਾਅੱਲਾ ਸਟਾਰ ਹੋ, ਸਾਡੇ ਫੇਵਰਟ ਹੋ। ਜਿੰਨੀਆਂ ਤੁਸੀਂ ਤਗੋ-ਦੋ ਕੀਤੀਆਂ ਆਵਾਮ ਵਾਸਤੇ, ਜਿੰਨਾ ਤੁਸੀਂ ਸੋਸ਼ਲ ਵਰਕ ਕੀਤਾ, ਤੇ ਤੁਸੀਂ ਸਾਡੇ ਵਾਸਤੇ ਇੱਕ ਸਟਾਰ ਦੀ ਤਰ੍ਹਾਂ ਹੀ ਹੋ। ਤੁਹਾਡੀ ਬਹੁਤ ਮਿਹਰਬਾਨੀ।